हाँ जी, हाँ जी। ਰੀਟ ਵਾਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਪੰਜਾਬੀ ਭਾਸ਼ਾ ਦੀ ਜਮਾਤ ਦੇ ਵਿੱਚ। ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ ਜੀ ਵਾਚਨ ਜਾਂ ਪੜ੍ਹਨ ਕੌਸ਼ਲ ਦੀ ਸਿੱਖਿਆ। ਵਾਚਨ ਜਾਂ ਪੜ੍ਹਨ ਕੌਸ਼ਲ ਦੀ ਸਿੱਖਿਆ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਪਾਂ ਇਹ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਿਹੜੇ ਚਾਰ ਭਾਸ਼ਾ ਦੇ ਕੌਸ਼ਲ ਹਨ, ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ, ਉਹਨਾਂ ਦੇ ਵਿੱਚੋਂ ਸੁਣਨਾ ਅਤੇ ਬੋਲਣਾ, ਇਹਨਾਂ ਦੋਨਾਂ ਦਾ ਕਿਤੇ ਨਾ ਕਿਤੇ ਵਿਕਾਸ, ਇਹਨਾਂ ਦੋਨਾਂ ਦੀ ਪ੍ਰਾਪਤੀ ਬੱਚਾ ਘਰ ਦੇ ਵਿੱਚ ਮਾਤ ਭਾਸ਼ਾ ਜਦੋਂ ਸਿੱਖਦਾ ਹੈ, ਜਦੋਂ ਮਾਂ ਬੋਲੀ ਸਿੱਖਦਾ ਹੈ, ਉਦੋਂ ਇਹਨਾਂ ਦੋਨਾਂ ਦਾ ਵਿਕਾਸ ਜਾਂ ਪ੍ਰਾਪਤੀ ਕਰ ਚੁੱਕਿਆ ਹੁੰਦਾ। ਸੋ ਜਦੋਂ ਬੱਚਾ ਮਾਤ ਭਾਸ਼ਾ ਸਿੱਖਦਾ ਉਦੋਂ ਬੱਚੇ ਦਾ ਸੁਣਨਾ ਅਤੇ ਬੋਲਣ ਦੋਨਾਂ ਦਾ ਵਿਕਾਸ ਹੋ ਚੁੱਕਿਆ ਹੁੰਦਾ ਹੈ। ਬਸ ਉਸ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੁੰਦੀ ਹੈ। ਉਸ ਨੂੰ ਨਵੀਂ ਦਿਸ਼ਾ ਦੇਣ ਦਾ ਕਾਰਨ ਕੀ ਹੈ? ਕਿਉਂਕਿ ਉਸ ਦੇ ਚਾਰੇ ਕੌਸ਼ਲਾਂ ਦਾ ਮੁਲਾਂਕਣ ਵੀ ਕਰਨਾ ਹੈ। ਇਸ ਕਰਕੇ ਉਸ ਦੇ ਮਤਲਬ ਕੀ ਹੈ? ਸੁਣਨ ਅਤੇ ਬੋਲਣ ਕੌਸ਼ਲ ਨੂੰ ਇੱਕ ਸਥਾਈ ਦਿਸ਼ਾ ਦੇਣ ਵਾਸਤੇ ਜਦੋਂ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜਦੋਂ ਸਿੱਖਿਆ ਸ਼ੁਰੂ ਕੀਤੀ ਜਾਂਦੀ ਹੈ ਉਦੋਂ ਬੱਚੇ ਦੇ ਉਦੋਂ ਵੀ ਚਾਰੇ ਕੌਸ਼ਲਾਂ ਦਾ ਹੀ ਵਿਕਾਸ ਹੁੰਦਾ ਹੈ। ਪਰ ਕੀ ਹੈ, ਸਾਡਾ ਸੁਣਨ ਅਤੇ ਬੋਲਣ ਕੌਸ਼ਲ ਹਨ, ਇਹ ਦੋਨੋਂ ਬੱਚੇ ਨੂੰ ਪਹਿਲਾਂ ਪ੍ਰਾਪਤ ਹੋ ਚੁੱਕੇ ਹੁੰਦੇ ਹਨ। ਜੇ ਮੰਨ ਲਓ ਬੱਚੇ ਨੂੰ ਸੁਣਨ ਅਤੇ ਬੋਲਣ ਕੌਸ਼ਲ ਦੋ ਪ੍ਰਾਪਤ ਨਹੀਂ ਹੋਏ ਤਾਂ ਬੱਚਾ ਸਕੂਲ ਦੇ ਵਿੱਚ ਹੈ ਜਿਹੜਾ ਉਹ ਓਪਰਾ ਮਹਿਸੂਸ ਕਰੇਗਾ, ਉਸ ਨੂੰ ਉਹ ਵਾਤਾਵਰਨ ਨਹੀਂ ਮਿਲੇਗਾ। ਸੋ ਉਹਨੂੰ ਉਹ ਵਾਤਾਵਰਨ ਪ੍ਰਦਾਨ ਕਰਨ ਵਾਸਤੇ ਸਭ ਤੋਂ ਪਹਿਲਾਂ ਹੀ ਮਤਲਬ ਮਾਂ ਬੋਲੀ ਦੇ ਰੂਪ ਵਿੱਚ ਜਦੋਂ ਬੱਚਾ ਆਪਣੀ ਮਾਤ ਭਾਸ਼ਾ ਨੂੰ ਆਪਣੀ ਮਾਂ ਦੇ ਕੋਲੋਂ ਭਾਸ਼ਾ ਸਿੱਖਦਾ ਹੈ ਉਦੋਂ ਉਹ ਬੱਚਾ ਸੁਣਨਾ ਅਤੇ ਬੋਲਣਾ ਦੋਨੋਂ ਕੌਸ਼ਲਾਂ ਦੀ ਪ੍ਰਾਪਤੀ ਕਰ ਚੁੱਕਿਆ ਹੁੰਦਾ ਹੈ। ਸੋ ਉਹ ਮਾਤ ਭਾਸ਼ਾ ਹੈ ਜਿਹੜੀ ਉਹ ਅੱਗੇ ਚੱਲ ਕੇ ਬੱਚੇ ਦੀ ਜਿਹੜੀ ਆਪਾਂ ਕਹਿ ਦਿੰਦੇ ਹਾਂ ਅਕਾਦਮਿਕ ਸਿੱਖਿਆ, ਉਸ ਸਿੱਖਿਆ ਦਾ ਆਧਾਰ ਬਣਦੀ ਹੈ ਅੱਗੇ ਜਾ ਕੇ। ਸੋ ਇੱਥੇ ਆਪਾਂ ਗੱਲ ਕਰਾਂਗੇ ਜੀ ਵਾਚਨ ਜਾਂ ਪੜ੍ਹਨ ਕੌਸ਼ਲ। ਪੜ੍ਹਨ ਕੌਸ਼ਲ ਦੇ ਦੇਖੋ ਜੀ ਇਕੱਲੇ ਸ਼ਾਬਦਿਕ ਅਰਥ ਪੜ੍ਹਨ ਤੋਂ ਨਹੀਂ ਬਣਦੇ, ਇਕੱਲੇ ਵਾਚਨ ਤੋਂ ਨਹੀਂ ਬਣਦੇ। ਦੇਖੋ ਜੀ ਕੀ ਹਨ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਕਿਹੜੀਆਂ ਗੱਲਾਂ ਪਿਛਲੇ ਐਗਜ਼ਾਮ ਦੇ ਵਿੱਚ ਆ ਚੁੱਕੀਆਂ ਹਨ ਅਤੇ ਕਿਹਨਾਂ ਦੇ ਆਉਣ ਦੀ ਸੰਭਾਵਨਾ ਹੈ। ਵਾਚਨ ਜਾਂ ਪੜ੍ਹਨ ਕੌਸ਼ਲ ਦੀ ਸਿੱਖਿਆ ਦਾ ਮਤਲਬ ਕੀ ਹੈ? ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਅੱਖਰਾਂ ਦਾ ਲਿਪੀਬੱਧ ਗਿਆਨ ਪ੍ਰਾਪਤ ਕਰਨਾ। ਇੱਕ ਗੱਲ ਕਿ ਜੋ ਅੱਖਰ ਹਨ, ਸਾਡੇ ਸਾਹਮਣੇ ਕੋਈ ਲਿਖਿਤ ਸਮੱਗਰੀ ਹੈ, ਉਸ ਦਾ ਅਸੀਂ ਗਿਆਨ ਪ੍ਰਾਪਤ ਕਰਨਾ ਹੈ। ਦੂਸਰੇ ਸ਼ਬਦਾਂ ਦੇ ਵਿੱਚ ਲਿਪੀਬੱਧ ਸਮੱਗਰੀ ਨੂੰ ਪੜ੍ਹ ਕੇ ਵਿਚਾਰ ਅਤੇ ਭਾਵ ਗ੍ਰਹਿਣ ਕਰਨਾ। ਸੋ ਇੱਕੋ ਹੀ ਗੱਲ ਹੈ ਇੱਥੇ ਗਿਆਨ ਪ੍ਰਾਪਤ ਕਰਨਾ। ਉਹ ਇੱਥੇ ਲਿਖਦਾ ਲਿਪੀਬੱਧ ਸਮੱਗਰੀ ਨੂੰ ਪੜ੍ਹ ਕੇ ਵਿਚਾਰ ਅਤੇ ਭਾਵ ਗ੍ਰਹਿਣ ਕਰਨਾ। ਸੋ ਇਹ ਦੋਨੋਂ ਹੈ ਜਿਹੜੇ ਇਹ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਨੇ ਗੱਲਾਂ। ਦੋਨਾਂ ਦਾ ਇੱਕੋ ਹੀ ਅਰਥ ਹੈ, ਇੱਕੋ ਹੀ ਸਮਾਨਾਰਥੀ ਅਰਥ ਹੈ, ਪਰ ਥੋੜ੍ਹੀ ਜਿਹੀ ਸ਼ਬਦਾਵਲੀ ਅਲੱਗ-ਅਲੱਗ ਹੈ। ਹੋਰ ਹੈ ਜੀ ਇੱਕ ਹੋਰ ਗੱਲ, ਇਹ ਤਿੰਨਾਂ ਦੇ ਅਰਥ ਇੱਕ ਹੀ ਬਣਦੇ ਨੇ ਪਰ ਸ਼ਬਦਾਵਲੀ ਦਾ ਕਿਤੇ ਨਾ ਕਿਤੇ ਦੇਖੋ ਫੇਰ ਬਦਲ ਹੈ। ਲਿਪੀਬੱਧ ਅੱਖਰਾਂ ਜਾਂ ਲਿਖਿਤ ਸਮੱਗਰੀ ਦਾ ਜ਼ਬਾਨੀ ਪ੍ਰਗਟਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਵਾਚਨ ਜਾਂ ਪੜ੍ਹਨ ਕੌਸ਼ਲ ਦੀ ਸਿੱਖਿਆ। ਸੋ ਵਾਚਨ ਜਾਂ ਪੜ੍ਹਨ ਕੌਸ਼ਲ ਦੀ ਸਿੱਖਿਆ ਤੋਂ ਕੀ ਮਤਲਬ ਹੈ? ਅੱਖਰਾਂ ਦਾ ਲਿਪੀਬੱਧ ਗਿਆਨ ਪ੍ਰਾਪਤ ਕਰਨਾ, ਲਿਪੀਬੱਧ ਸਮੱਗਰੀ ਨੂੰ ਪੜ੍ਹ ਕੇ ਵਿਚਾਰਾਂ ਅਤੇ ਭਾਵਾਂ ਨੂੰ ਗ੍ਰਹਿਣ ਕਰਨਾ, ਲਿਪੀਬੱਧ ਅੱਖਰਾਂ ਜਾਂ ਲਿਖਿਤ ਸਮੱਗਰੀ ਦਾ ਜ਼ਬਾਨੀ ਪ੍ਰਗਟਾ, ਇਸ ਚੀਜ਼ ਦਾ ਗਿਆਨ ਪ੍ਰਾਪਤ ਕਰਨਾ, ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਵਾਚਨ ਜਾਂ ਪੜ੍ਹਨ ਕੌਸ਼ਲ ਦੀ ਸਿੱਖਿਆ। ਹੁਣ ਇਹ ਕੀ ਹੈ? ਦੇਖੋ ਜੀ ਸਕੂਲ ਦੀ ਦ੍ਰਿਸ਼ਟੀ ਤੋਂ ਵਾਚਨ ਜਾਂ ਪੜ੍ਹਨ ਕੌਸ਼ਲ ਦੀ ਸਿੱਖਿਆ ਬਹੁਤ ਮਹੱਤਵਪੂਰਨ ਹੈ। ਕਿਉਂਕਿ ਬੱਚਾ ਵਧੇਰੇ ਕਰਕੇ ਗਿਆਨ ਜਦੋਂ ਆਪਾਂ ਕੀ ਹੈ ਪਾਠ ਪੁਸਤਕ ਦੇ ਰੂਪ ਵਿੱਚ ਹੀ ਆਪਾਂ ਬੱਚੇ ਨੂੰ ਗਿਆਨ ਦਿੰਦੇ ਹਾਂ। ਅਧਿਆਪਕ ਕੀ ਕਰਦਾ, ਜਦੋਂ ਬੱਚੇ ਨੂੰ ਕੋਈ ਨਵਾਂ ਪਾਠ ਜਾਂ ਵਿਸ਼ਾ ਵਸਤੂ ਪੜ੍ਹਾਉਣਾ ਹੋਵੇ ਉਦੋਂ ਕੀ ਕਰਦਾ ਹੈ, ਪਾਠ ਪੁਸਤਕ ਦਾ ਸਹਾਰਾ ਲੈਂਦਾ ਹੈ। ਸੋ ਬੱਚਾ ਕੀ ਕਰਦਾ ਹੈ ਕਿ ਪਾਠ ਪੁਸਤਕ ਵਿੱਚੋਂ ਸਮੱਗਰੀ ਕਿਵੇਂ ਗ੍ਰਹਿਣ ਕਰੇਗਾ? ਸੁਣ ਕੇ ਕਰੇਗਾ, ਲਿਖ ਕੇ ਕਰੇਗਾ, ਕਿਵੇਂ? ਬੱਚਾ ਪੜ੍ਹ ਕੇ ਗ੍ਰਹਿਣ ਕਰੇਗਾ, ਹੈ ਨਾ। ਸੋ ਇੱਥੇ ਜਦੋਂ ਗੱਲ ਪਾਠ ਪੁਸਤਕ ਦੀ ਆ ਜਾਂਦੀ ਹੈ ਉਦੋਂ ਵਾਚਨ ਜਾਂ ਪੜ੍ਹਨ ਕੌਸ਼ਲ ਦਾ ਮਹੱਤਵ ਹੈ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਹੁਣ ਦੇਖੋ ਜੀ ਸ਼ੁੱਧ ਵਾਚਨ ਦੀਆਂ ਕੀ ਵਿਸ਼ੇਸ਼ਤਾਵਾਂ ਹਨ? ਵਾਚਨ ਤਾਂ ਕਈ ਪ੍ਰਕਾਰ ਦੇ ਨੇ ਜੀ, ਹੈ ਨਾ। ਵੀ ਜਦੋਂ ਆਪਾਂ ਕਿਸੇ ਨਾਲ ਬੋਲਦੇ ਹਾਂ, ਜਦੋਂ ਆਪਾਂ ਪੜ੍ਹਦੇ ਹਾਂ, ਆਮ ਕਰਕੇ ਕਈ ਵਾਰੀ ਸਮੱਗਰੀ ਨੂੰ ਆਪਾਂ ਕੁਝ ਨਿਯਮਾਂ ਦਾ ਖਿਆਲ ਨਹੀਂ ਰੱਖਦੇ, ਅਕਸਰ ਇਹ ਹੁੰਦਾ। ਸੋ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਖਿਆਲ ਦੇ ਵਿੱਚ ਰੱਖਣੀਆਂ? ਕੁਝ ਰੂਲਸ ਨੇ, ਕੁਝ ਵਿਸ਼ੇਸ਼ਤਾਵਾਂ ਨੇ ਜਿਨ੍ਹਾਂ ਦੇ ਕਾਰਨ ਅਸੀਂ ਸ਼ੁੱਧ ਵਾਚਨ ਕਰ ਸਕਦੇ ਹਾਂ। ਦੇਖੋ ਜੀ ਵਾਚਨ ਕਰਨਾ ਇੱਕ ਕਿਰਿਆ ਹੈ ਅਤੇ ਸ਼ੁੱਧ ਵਾਚਨ ਕਰਨਾ ਇਹ ਇੱਕ ਹੋਰ ਕਿਰਿਆ ਹੈ। ਸ਼ੁੱਧ ਵਾਚਨ ਕਰਨਾ ਹੈ ਕਿਉਂਕਿ ਹਰ ਚੀਜ਼ ਹੈ ਜਿਹੜੀ ਉਹ ਸ਼ੁੱਧਤਾ ਦੀ ਧਾਰਨੀ ਹੈ। ਜਦੋਂ ਭਾਸ਼ਾ ਸਿਖਾਉਣ ਦੀ ਦ੍ਰਿਸ਼ਟੀ ਤੋਂ ਆਪਾਂ ਹਰ ਚੀਜ਼ ਹੈ ਸ਼ੁੱਧ ਹੈ। ਸ਼ੁੱਧ ਸੁਣਨਾ ਹੈ, ਸ਼ੁੱਧ ਬੋਲਣਾ ਹੈ, ਸ਼ੁੱਧ ਪੜ੍ਹਨਾ ਹੈ, ਸ਼ੁੱਧ ਲਿਖਣਾ ਹੈ।
ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਸ਼ੁੱਧ ਵਾਚਣ ਦੀਆਂ ਕੀ ਵਿਸ਼ੇਸ਼ਤਾਵਾਂ ਨੇ। ਵੈਸੇ ਤਾਂ ਆਪਾਂ ਨੂੰ ਪਤਾ ਹੈ ਵੀ ਵਾਚਣ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਜੀ। ਵਾਚਣ ਦਾ ਆਪਾਂ ਕਹਿ ਸਕਦੇ ਹਾਂ ਜੀ ਬਸ ਇੱਕ ਕਿਤਾਬ ਆਪਦੇ ਹੱਥ 'ਚ ਲਓ ਅਤੇ ਪੜ੍ਹੋ, ਠੀਕ ਹੈ ਜੀ, ਗੱਲ ਕਲੀਅਰ ਹੋ ਗਈ। ਸ਼ੁੱਧ ਵਾਚਣ ਦੀਆਂ ਕੀ ਵਿਸ਼ੇਸ਼ਤਾਵਾਂ ਨੇ? ਸਭ ਤੋਂ ਪਹਿਲਾਂ ਤਾਂ ਹੁੰਦੀ ਹੈ, ਪਹਿਲੀ ਵਿਸ਼ੇਸ਼ਤਾ ਹੈ ਸ਼ਬਦਾਂ ਦੇ ਅਰਥ ਗ੍ਰਹਿਣ ਕਰਨੇ। ਦੇਖੋ ਜੀ, ਜੋ ਵੀ ਸ਼ਬਦ ਪੜ੍ਹਿਆ ਜਾਵੇ, ਜੋ ਵੀ ਸ਼ਬਦ ਪੜ੍ਹ ਰਹੇ ਹਾਂ ਉਸ ਦਾ ਅਰਥ ਗ੍ਰਹਿਣ ਕਰਨਾ ਬਹੁਤ ਜ਼ਰੂਰੀ ਹੈ। ਇਨ ਕੇਸ ਸ਼ਬਦਾਂ ਦੇ ਅਰਥ ਗ੍ਰਹਿਣ ਨਹੀਂ ਕੀਤੇ ਜਾ ਰਹੇ ਤਾਂ ਉਸ ਨੂੰ ਤੁਸੀਂ ਸ਼ੁੱਧ ਵਾਚਨ ਜਾਂ ਵਾਚਨ ਦੀ ਸ਼੍ਰੇਣੀ ਦੇ ਵਿੱਚ ਨਹੀਂ ਲਿਆ ਸਕਦੇ। ਉਹ ਵਾਚਨ ਨਹੀਂ ਹੈ, ਉਹ ਸਿਰਫ ਇੱਕ ਮਤਲਬ ਬਸ ਪੜ੍ਹਿਆ ਜਾ ਰਿਹਾ ਕਿਸੇ ਚੀਜ਼ ਨੂੰ, ਉਸ ਦਾ ਅਰਥ ਗ੍ਰਹਿਣ ਕਰਨਾ ਹੈ ਨਾਲ ਨਾਲ। ਸੋ ਵਾਚਨ ਦੇ ਵਿੱਚ ਦੋ ਚੀਜ਼ਾਂ ਚੱਲ ਰਹੀਆਂ ਨੇ, ਇੱਕ ਤਾਂ ਪੜ੍ਹਨਾ ਹੈ ਅਤੇ ਨਾਲ ਨਾਲ ਉਸ ਦੇ ਅਰਥ ਗ੍ਰਹਿਣ ਕੀਤੇ ਜਾ ਰਹੇ ਹਨ। ਅਰਥ ਗ੍ਰਹਿਣ ਕਰਨੇ ਬਹੁਤ ਜ਼ਰੂਰੀ ਹਨ। ਜਿਵੇਂ ਕਿ ਆਪਾਂ ਸੁਣਨ ਦੇ ਨਾਲ ਨਾਲ ਆਪਾਂ ਕਹਿੰਦੇ ਹਾਂ ਸਮਝਣਾ। ਸੁਣਨਾ ਅਤੇ ਸਮਝਣਾ ਦੋਨੋਂ ਕਿਰਿਆਵਾਂ ਹਨ। ਉਸੇ ਪ੍ਰਕਾਰ ਪੜ੍ਹਨਾ ਅਤੇ ਅਰਥ ਗ੍ਰਹਿਣ ਕਰਨਾ, ਇਹ ਦੋਨੋਂ ਕਿਰਿਆਵਾਂ ਵੀ ਆਪਸ ਦੇ ਵਿੱਚ ਜੁੜੀਆਂ ਹੋਈਆਂ ਹਨ। ਹੋਰ ਤਰੀਕਾ ਕੀ ਹੈ ਜੀ ਸ਼ੁੱਧ ਵਾਚਣ ਦੀ? ਹੋਰ ਕਿਹੜੀ ਵਿਸ਼ੇਸ਼ਤਾ ਹੈ? ਉਹ ਹੈਗੀ ਹੈ ਜੀ ਵਿਰਾਮ ਚਿੰਨ੍ਹਾਂ ਦੀ ਵਰਤੋਂ ਲਾ ਕੇ ਆਪਾਂ ਜਦੋਂ ਪੜ੍ਹਦੇ ਹਾਂ ਨਾ, ਵਿਸ਼ਰਾਮ ਚਿੰਨ੍ਹਾਂ ਦੇ ਆਧਾਰ 'ਤੇ ਜਦੋਂ ਆਪਾਂ ਪੜ੍ਹਦੇ ਹਾਂ ਅਤੇ ਉਦੋਂ ਆਪਾਂ ਕਿਤਨੇ ਸ਼ਾਨਦਾਰ ਤਰੀਕੇ ਨਾਲ ਪੜ੍ਹ ਸਕਦੇ ਹਾਂ। ਆਪਣੀ ਗੱਲ ਜਿਹੜੀ ਕਲੀਅਰ ਹੈ ਉਹ ਕਿੰਨੇ ਸ਼ਾਨਦਾਰ ਤਰੀਕੇ ਨਾਲ ਹੁੰਦੀ ਹੈ ਜਦੋਂ ਆਪਾਂ ਜਿਹੜੀ ਸਾਡੀ ਪਾਠ ਪੁਸਤਕ ਹੈ, ਤੁਸੀਂ ਪੜ੍ਹ ਕੇ ਵੇਖ ਲਿਓ ਕਦੇ, ਜਦੋਂ ਤੁਸੀਂ ਵਿਸ਼ਰਾਮ ਚਿੰਨ੍ਹਾਂ ਦੀ ਮਦਦ ਦੇ ਨਾਲ ਪੜ੍ਹੋਗੇ ਤਾਂ ਉਦੋਂ ਉਸ ਦਾ ਇੱਕ ਮਤਲਬ ਕੀ ਹੈ ਕਿ ਪੂਰਾ ਜਿਹੜਾ ਅਰਥ ਗ੍ਰਹਿਣ ਹੈ, ਜਿਹੜਾ ਅਰਥ ਗ੍ਰਹਿਣ ਦਾ ਜਿਹੜਾ ਪੂਰਾ ਜੋ ਵੀ ਆਪਾਂ ਮਤਲਬ ਕਿ ਆਪਣਾ ਜਿਹੜਾ ਕੀ ਸੀ, ਪ੍ਰਯਾਸ ਕੀ ਸੀ, ਆਪਣਾ ਮਕਸਦ ਕੀ ਸੀ ਕਿ ਆਪਾਂ ਪੜ੍ਹਨਾ ਕਿਉਂ ਹੈ, ਕਿਉਂਕਿ ਆਪਾਂ ਪੜ੍ਹਨ ਦੇ ਨਾਲ ਨਾਲ ਅਰਥ ਗ੍ਰਹਿਣ ਕਰਨਾ ਹੈ। ਸੋ ਇਹ ਮਕਸਦ ਆਪਣਾ ਕਦੋਂ ਪੂਰਾ ਹੁੰਦਾ ਹੈ? ਜਦੋਂ ਆਪਾਂ ਪੜ੍ਹਾਈ ਨੂੰ, ਜਦੋਂ ਆਪਾਂ ਵਾਚਨ ਨੂੰ ਵਿਰਾਮ ਚਿੰਨ੍ਹਾਂ ਦੀ ਵਰਤੋਂ ਲਾ ਕੇ ਪੜ੍ਹਦੇ ਹਾਂ, ਵਿਸ਼ਰਾਮ ਚਿੰਨ੍ਹਾਂ ਦੀ ਸਹਾਇਤਾ ਦੇ ਨਾਲ ਜਦੋਂ ਆਪਾਂ ਪੜ੍ਹਦੇ ਹਾਂ। ਹੋਰ ਹੈ ਜੀ ਵਾਚਣ ਦਾ ਢੰਗ। ਦੇਖੋ ਜੀ, ਬੈਠਣ ਦਾ ਤਰੀਕਾ ਹੈ ਜੀ, ਹੱਥ ਦੇ ਵਿੱਚ ਜਿਵੇਂ ਸੱਜੇ ਹੱਥ ਦੇ ਵਿੱਚ ਕਿਤਾਬ ਫੜਨੀ ਹੈ ਕਿ ਕਿਹੜੇ ਹੱਥ ਦੇ ਵਿੱਚ ਫੜਨੀ ਹੈ ਨਾ, ਇਹ ਤਰੀਕਾ ਹੈ ਜੀ। ਉਸ ਤੋਂ ਬਾਅਦ ਵਾਚਣ ਦੇ ਢੰਗ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਸਾਡਾ ਹੈਗਾ ਜੀ ਵਾਚਣ ਦਾ ਢੰਗ। ਹਾਂਜੀ ਹਾਂ, ਪੜ੍ਹਦੇ ਸਮੇਂ ਅੱਖਾਂ ਅਤੇ ਹੱਥਾਂ ਦਾ ਸੰਚਾਲਨ ਕਰਨਾ, ਉਹਨੂੰ ਕਿਹਾ ਜਾਂਦਾ ਹੈ ਵਾਚਣ ਦਾ ਢੰਗ, ਵਾਚਣ ਦਾ ਤਰੀਕਾ। ਤੁਸੀਂ ਕਈ ਵਾਰੀ ਵੇਖਿਆ ਹੋਣਾ, ਜਦੋਂ ਖਾਸ ਕਰ ਆਪਾਂ ਛੋਟੇ ਬੱਚਿਆਂ ਨੂੰ ਜਦੋਂ ਆਪਾਂ ਭਾਸ਼ਾ ਦਾ ਗਿਆਨ ਦਿੰਦੇ ਹਾਂ, ਉਦੋਂ ਜਿਹੜੀ ਇਹ ਪ੍ਰਸਥਿਤੀ ਹੈ, ਜਿਹੜਾ ਵਾਚਣ ਦਾ ਢੰਗ, ਇਹ ਤਰੀਕਾ ਹੈ ਨਾ ਜਿਹੜਾ, ਇਸ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਕਿਉਂਕਿ ਮੰਨ ਲਓ ਤੁਸੀਂ ਬੱਚੇ ਨੂੰ ਨਾਲ ਨਾਲ ਪਾਠ ਪੁਸਤਕ ਆਪ ਪੜ੍ਹ ਕੇ ਸੁਣਾ ਰਹੇ ਹੋ, ਨਾਲ ਨਾਲ ਉਸ ਦੇ ਹਾਵ ਭਾਵ, ਉਸ ਦਾ ਨਾਟਕੀ ਜਿਹੜਾ ਰੂਪਾਂਤਰ ਆਪਾਂ ਕਹਿ ਦਿੰਦੇ ਹਾਂ, ਉਹ ਜੇਕਰ ਤੁਸੀਂ ਕਰ ਰਹੇ ਹੋ ਤਾਂ ਉਹ ਜਿਹੜਾ ਕੀ ਆ, ਉਹਨੂੰ ਕਹਿ ਦਿੰਦੇ ਆਪਾਂ ਵੀ 4 ਚੰਦ ਲੱਗ ਗਏ ਹੁਣ ਵਾਚਣ ਦੀ ਕਿਰਿਆ ਨੂੰ, ਵਾਚਣ ਦਾ ਢੰਗ ਹੈ ਜਿਹੜਾ। ਉਸ ਤੋਂ ਬਾਅਦ ਹੈ ਜੀ ਸਪਸ਼ਟਤਾ। ਸਪਸ਼ਟਤਾ ਤੋਂ ਮਤਲਬ ਕੀ ਹੈ ਕਿ ਹਰ ਇੱਕ ਅੱਖਰ ਨੂੰ ਵੱਖਰਾ ਵੱਖਰਾ ਕਰਕੇ, ਅਲੱਗ ਅਲੱਗ ਕਰਕੇ ਸ਼ੁੱਧ ਅਤੇ ਸਪਸ਼ਟ ਰੂਪ ਦੇ ਵਿੱਚ ਬੋਲਣਾ, ਉਹਨੂੰ ਕਿਹਾ ਜਾਂਦਾ ਹੈ ਸਪਸ਼ਟਤਾ। ਭਾਵ ਕੀ ਹੈ ਕਿ ਹਰ ਸ਼ਬਦ ਨੂੰ, ਅੱਖਰ ਨੂੰ ਨਹੀਂ, ਹਰ ਸ਼ਬਦ ਨੂੰ, ਕਿਉਂਕਿ ਵਾਚਣ ਦੀ ਇਕਾਈ ਹੈ, ਜਿਹੜਾ ਪੜ੍ਹਨ ਦੀ ਇਕਾਈ ਉਹ ਹੈਗਾ ਜੀ ਸ਼ਬਦ। ਇਸ ਕਰਕੇ ਹਰ ਸ਼ਬਦ ਨੂੰ ਵੱਖਰਾ ਵੱਖਰਾ ਕਰਕੇ ਬੋਲਣਾ। ਤੁਸੀਂ ਹੁਣ ਪੜ੍ਹ ਕੇ ਵੇਖ ਲਿਓ, ਹਰ ਸ਼ਬਦ ਨੂੰ ਜਦੋਂ ਤੁਸੀਂ ਥੋੜ੍ਹੇ ਪਾਊਜ਼ ਦੇ ਨਾਲ, ਥੋੜ੍ਹੇ ਵੱਖਰੇ ਤਰੀਕੇ ਨਾਲ ਜਦੋਂ ਪੜ੍ਹੋਗੇ, ਥੋੜ੍ਹਾ ਵੱਖਰਾ ਕਰਕੇ, ਉਦੋਂ ਕੀ ਹੈ ਕਿ ਜਿਹੜਾ ਅਰਥ ਗ੍ਰਹਿਣ ਕਰਨ ਵਾਲਾ ਜਿਹੜਾ ਕੰਮ ਹੈ ਉਹ ਜ਼ਿਆਦਾ ਸਰਲ ਹੋ ਜਾਂਦਾ ਹੈ। ਇਹ ਹੈ ਜੀ ਸ਼ੁੱਧ ਵਾਚਣ ਦੀਆਂ ਕੁਝ ਵਿਸ਼ੇਸ਼ਤਾਵਾਂ, ਜਿਹਦੇ ਵਿੱਚ ਸ਼ਬਦਾਂ ਦੇ ਅਰਥ ਗ੍ਰਹਿਣ ਕਰਨੇ ਨੇ, ਵਿਰਾਮ ਚਿੰਨ੍ਹਾਂ ਦੀ ਵਰਤੋਂ ਲਾ ਕੇ ਪੜ੍ਹਨਾ ਹੈ, ਵਾਚਣ ਦਾ ਢੰਗ ਤਰੀਕਾ ਵੀ ਇੱਕ ਹੁੰਦਾ ਹੈ। ਸੋ ਇੱਕ ਹੁੰਦੀ ਹੈ ਜੀ ਸਪਸ਼ਟਤਾ। ਸੋ ਇਹ ਆਪਾਂ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਣਾ। ਇਹ ਵਾਚਨ ਕੌਸ਼ਲ ਦੀਆਂ ਕੁਝ ਅਹਿਮ ਅਤੇ ਜ਼ਰੂਰੀ ਗੱਲਾਂ ਹਨ। ਹੁਣ ਆਪਾਂ ਨਾ ਇੱਕ ਗੱਲ ਕਲੀਅਰ ਕਰਨੀ ਹੈ, ਉਹ ਹੈਗੀ ਹੈ ਜੀ ਸਾਡੀ ਵਾਚਣ ਦੀਆਂ ਕਿਸਮਾਂ ਜਾਂ ਵਾਚਣ ਦੇ ਪ੍ਰਕਾਰਾਂ ਨਾਲ ਸੰਬੰਧਿਤ ਗੱਲ ਹੈ ਜੀ। ਅਤੇ ਇਹ ਦੇਖੋ ਜੀ, ਹੁਣ ਤੁਸੀਂ ਧਿਆਨ ਨਾਲ ਸੁਣ ਲਿਓ ਮਾੜਾ ਜਿਹਾ। ਜਦੋਂ ਲਾਸਟ ਟਾਈਮ ਐਗਜ਼ਾਮ ਦੇ ਵਿੱਚ ਪ੍ਰਸ਼ਨ ਆਇਆ ਸੀ ਕਿ ਵਾਚਣ ਦੀਆਂ ਕਿੰਨੀਆਂ ਕਿਸਮਾਂ ਹਨ, ਤਾਂ ਉਹਦੇ ਵਿੱਚ ਆਪਸ਼ਨ ਦੇ ਵਿੱਚ 2 ਨਹੀਂ ਸੀਗਾ, ਇੱਕ 4 ਆਪਸ਼ਨ ਦੇ ਰੱਖਿਆ ਸੀ, ਤਾਂ ਆਨਸਰ ਸੀ 4। ਦੂਜੇ ਮੰਨ ਲਓ ਹੋਣੇ ਆ 3, 4, 5, 2 ਇਸ ਤਰ੍ਹਾਂ ਆਪਸ਼ਨ ਹੋ ਸਕਦੇ ਆ। ਮੈਨੂੰ ਲੱਗਦਾ ਇੱਕ ਆਪਸ਼ਨ ਤਾਂ ਸੀਗਾ 3, ਦੂਜਾ ਆਪਸ਼ਨ ਸੀ 4, ਤੀਜਾ ਆਪਸ਼ਨ ਸੀ 5,
ਚੌਥਾ ਆਪਸ਼ਨ ਸੀ 6, ਸ਼ਾਇਦ ਐਵੇਂ ਸੀ, ਪਰ ਮੈਨੂੰ ਲੱਗਦਾ ਵੀ ਦੂਜਾ ਆਪਸ਼ਨ ਨਹੀਂ ਸੀ। 2 ਮਤਲਬ 2 3 4 5 6 ਇਹ ਆਪਸ਼ਨ ਸੀਗੇ ਤੇ 2 ਆਪਸ਼ਨ ਨਹੀਂ ਸੀ। ਦੇਖੋ ਜੀ ਪ੍ਰਮੁੱਖ ਕਿਸਮਾਂ ਜਿਹੜੀਆਂ ਉਹ 2 ਹੈ, 2 ਪ੍ਰਮੁੱਖ ਕਿਸਮਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਪ੍ਰਮੁੱਖ ਕਿਸਮਾਂ ਜਾਂ ਮੁੱਖ ਕਿਸਮਾਂ ਉਹ ਹੁੰਦੀਆਂ ਜੀ 2। ਇੱਕ ਤਾਂ ਹੁੰਦਾ ਸੂਖਮ ਵਾਚਨ ਤੇ ਇੱਕ ਹੁੰਦਾ ਸਥੂਲ ਵਾਚਨ। ਇਹ 2 ਹੈ ਜੀ। ਪ੍ਰਸ਼ਨ ਸੀਗਾ ਕਿ ਵਾਚਨ ਦੀਆਂ ਕਿੰਨੀਆਂ ਕਿਸਮਾਂ ਹਨ। ਉਹਨੇ ਇੱਥੇ ਮੁੱਖ ਕਿਸਮਾਂ ਨਹੀਂ ਆਖੀਆਂ, ਉਹਨੇ ਕਿਹਾ ਸੀ ਵਾਚਨ ਦੀਆਂ ਕਿੰਨੀਆਂ ਕਿਸਮਾਂ ਹਨ ਤੇ ਨਾਲ ਜਿਹੜਾ ਆਪਣੇ ਆਪਸ਼ਨ ਸੀ ਉਹਨਾਂ ਦੇ ਵਿੱਚ 2 ਦਿੱਤਾ ਵੀ ਨਹੀਂ ਸੀ। ਸੋ ਮੁੱਖ ਕਿਸਮਾਂ ਹਨ 2, ਪਰ ਜੇ ਵੈਸੇ ਹਨ ਕਿ ਵਾਚਨ ਦੀਆਂ ਕਿਸਮਾਂ ਜਾਂ ਕੁੱਲ ਕਿਸਮਾਂ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਕੁੱਲ ਕਿਸਮਾਂ ਜਾਂ ਕੁੱਲ ਪ੍ਰਕਾਰ। ਕਿਸਮਾਂ ਕਹਿੰਦੇ ਆ ਪ੍ਰਕਾਰ ਨੂੰ, ਕਿਸਮ। ਕੁੱਲ ਕਿਸਮਾਂ ਜਾਂ ਪ੍ਰਕਾਰ ਉਹ ਹੈਗੇ ਆ ਜੀ 4। ਦੇਖੋ ਜੀ ਕਿਹੜੇ ਕਿਹੜੇ, ਇਹ ਵੀ ਦੱਸ ਦਾਂਗੇ ਤੁਹਾਨੂੰ ਵੀ 4 ਕਿਉਂ ਮੰਨੇ ਜਾਂਦੇ ਆ, 2 ਕਿਉਂ ਨਹੀਂ ਮੰਨੇ ਜਾਂਦੇ। ਹੁਣ ਸੁਣ ਲਓ ਧਿਆਨ ਨਾਲ। ਵਾਚਨ ਦੇ ਵਿੱਚ ਮੁੱਖ ਕਿਸਮਾਂ ਕਹੀਆਂ ਜਾਂਦੀਆਂ ਵੀ 2 ਹੀ ਹੈ ਜੀ। ਕਿਹੜੀਆਂ ਕਿਹੜੀਆਂ? ਸੂਖਮ ਅਤੇ ਸਥੂਲ ਵਾਚਨ। ਪਹਿਲਾਂ ਪਰਿਭਾਸ਼ਾ ਸੁਣ ਲਓ ਦੋਵਾਂ ਦੀ। ਸੂਖਮ ਵਾਚਨ ਜਿਹੜਾ ਸਾਡੇ ਸਕੂਲ ਦੇ ਵਿੱਚ ਜਿਹੜਾ ਪਾਠਕ੍ਰਮ ਉਹਦੇ ਅਨੁਸਾਰ ਜਿਹੜਾ ਵਿਸ਼ਾ ਵਸਤੂ ਨਿਰਧਾਰਿਤ ਕੀਤਾ ਗਿਆ ਹੈ ਉਹਦੇ ਅਨੁਸਾਰ ਜਿਹੜੀਆਂ ਪਾਠ ਪੁਸਤਕਾਂ ਹਨ ਉਹਨਾਂ ਨੂੰ ਪੜ੍ਹਨਾ, ਕਲਾਸ ਦੇ ਵਿੱਚ ਪੜ੍ਹਾਈ ਕਰਨੀ। ਜਿਹੜੀਆਂ ਪਾਠ ਪੁਸਤਕਾਂ ਨੂੰ ਲੈ ਕੇ ਬੱਚੇ ਆਪਣਾ ਸਿਲੇਬਸ ਪੂਰਾ ਕਰਦੇ ਆ ਨਾ ਸਕੂਲ ਦੇ ਵਿੱਚ, ਉਹਨੂੰ ਕਿਹਾ ਜਾਂਦਾ ਸੂਖਮ ਵਾਚਨ। ਤੇ ਸਥੂਲ ਵਾਚਨ ਹੈ ਜਿਹੜਾ ਸੂਖਮ ਵਾਚਨ ਨਹੀਂ ਹੈ। ਜੋ ਮਤਲਬ ਕੀ ਹੈ ਕਿ ਜਿਹੜੀਆਂ ਸਕੂਲ ਦੇ ਵਿੱਚ ਨਿਰਧਾਰਿਤ ਪਾਠ ਪੁਸਤਕਾਂ ਹਨ ਉਹਨਾਂ ਤੋਂ ਇਲਾਵਾ ਦੂਜੀਆਂ ਪਾਠ ਪੁਸਤਕਾਂ ਗਿਆਨ ਦੇ ਵਿੱਚ ਵਾਧਾ ਕਰਨ ਵਾਸਤੇ ਪੜ੍ਹਨੀਆਂ, ਉਹਨਾਂ ਨੂੰ ਕਿਹਾ ਜਾਂਦਾ ਸਥੂਲ ਵਾਚਨ। ਹੁਣ ਦੇਖੋ ਜੀ ਸੂਖਮ ਵਾਚਨ ਦੇ ਵਿੱਚ ਕੀ ਹੈ ਕਿ ਨਿਰਧਾਰਿਤ ਕੀਤੀਆਂ ਗਈਆਂ ਪਾਠ ਪੁਸਤਕਾਂ ਸਕੂਲਾਂ ਦੇ ਵਿੱਚ ਵੀ ਬੱਚੇ ਨੇ ਆਹ ਹੀ ਪੜ੍ਹਨੀਆਂ ਤੇ ਬੱਚਾ ਉਹੀ ਪੜ੍ਹਦਾ। ਪਰ ਸਥੂਲ ਵਾਚਨ ਦੇ ਵਿੱਚ ਕੀ ਹੈ ਕਿ ਨਿਰਧਾਰਿਤ ਕੀਤੀਆਂ ਗਈਆਂ ਪੁਸਤਕਾਂ ਤੋਂ ਇਲਾਵਾ ਜਿਹੜੀਆਂ ਲਾਇਬ੍ਰੇਰੀ ਦੇ ਵਿੱਚ ਪੁਸਤਕਾਂ ਨੇ, ਪੱਤਰਿਕਾਵਾਂ, ਅਖਬਾਰਾਂ ਨੇ, ਕੋਈ ਲੇਖ ਨੇ ਛਪੇ ਹੋਏ, ਉਹਨਾਂ ਨੂੰ ਪੜ੍ਹਨਾ, ਉਹਨੂੰ ਕਿਹਾ ਜਾਂਦਾ ਹੈ ਸਥੂਲ ਵਾਚਨ। ਸੂਖਮ ਵਾਚਨ ਦੇ ਵਿੱਚ ਬੱਚਾ ਸੁਤੰਤਰ ਨਹੀਂ ਹੈ। ਕਿਉਂਕਿ ਉਸਨੇ ਇੱਕ ਪਾਠਕ੍ਰਮ ਉਹਦੇ ਵਾਸਤੇ ਨਿਰਧਾਰਿਤ ਕੀਤਾ ਗਿਆ ਹੈ, ਇੱਕ ਸੀਮਾ ਦਾ ਨਿਰਧਾਰਨ ਕੀਤਾ ਗਿਆ ਹੈ ਕਿ ਤੂੰ ਇੰਨਾ ਹੀ ਪੜ੍ਹਨਾ ਹੈ। ਪਰ ਸਥੂਲ ਵਾਚਨ ਦੇ ਵਿੱਚ ਬੱਚਾ ਸੁਤੰਤਰ ਰੂਪ ਦੇ ਵਿੱਚ ਪੜ੍ਹਦਾ ਹੈ, ਕੁਝ ਵੀ ਪੜ੍ਹ ਸਕਦਾ ਹੈ ਨਾ, ਆਪਦੇ ਵੱਲੋਂ ਨਾਵਲ, ਨਾਟਕ, ਕਹਾਣੀ ਪੜ੍ਹੇ, ਚਾਹੇ ਸਥੂਲ ਵਾਚਨ ਹੈ ਨਾ, ਆਪਣੇ ਗਿਆਨ ਵਿੱਚ ਵਾਧਾ ਕਰਨ ਵਾਸਤੇ। ਪਰ ਇਹ ਕੀ ਹੈ, ਇਹ ਸੂਖਮ ਵਾਚਨ ਹੈ ਜਿਹੜਾ ਉਹ ਬੱਚਾ ਪਾਠਕ੍ਰਮ ਨੂੰ ਪੂਰਾ ਕਰਨ ਵਾਸਤੇ ਪੜ੍ਹਦਾ ਹੈ, ਜੋ ਸਾਡਾ ਸਕੂਲੀ ਪਾਠਕ੍ਰਮ ਹੈ ਉਸ ਨੂੰ ਪੂਰਾ ਕਰਨ ਵਾਸਤੇ ਪੜ੍ਹਦਾ ਹੈ। ਪਰ ਜਿਹੜਾ ਸਥੂਲ ਵਾਚਨ ਹੈ ਉਹ ਬੱਚਾ ਆਪਣੇ ਗਿਆਨ ਦੇ ਵਿੱਚ ਵਾਧਾ ਕਰਨ ਵਾਸਤੇ ਸੁਤੰਤਰ ਰੂਪ ਦੇ ਵਿੱਚ ਪੜ੍ਹਦਾ ਹੈ। ਇਹਦੇ ਨਾਲ ਸੰਬੰਧਿਤ ਪ੍ਰੀਖਿਆ ਹੁੰਦੀ ਹੈ, ਪੇਪਰ ਹੁੰਦੇ ਆ, ਐਗਜ਼ਾਮ, ਛਿਮਾਹੀ ਐਗਜ਼ਾਮ ਤੇ ਸਾਲ ਦੇ ਵਿੱਚ ਜਿਹੜੇ ਇੱਕ ਹੁੰਦੇ ਅਰਧ ਵਾਰਸ਼ਿਕ, ਵਾਰਸ਼ਿਕ ਪ੍ਰੀਖਿਆਵਾਂ, ਉਹ ਸੂਖਮ ਵਾਚਨ ਦੇ ਵਿੱਚ ਹੁੰਦੀਆਂ। ਸਥੂਲ ਵਾਚਨ ਦੇ ਵਿੱਚ ਕੋਈ ਪ੍ਰੀਖਿਆ ਨਹੀਂ ਹੁੰਦੀ। ਹੁਣ ਸੁਣੋ ਜੀ, ਦੇਖੋ, ਕਿਉਂਕਿ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਭਾਸ਼ਾ ਦਾ ਗਿਆਨ ਦੇਣਾ ਹੈ, ਇਸ ਕਰਕੇ ਸੂਖਮ ਵਾਚਨ ਦੇ ਅੱਗੇ 2 ਪ੍ਰਕਾਰ ਬਣਾਏ ਗਏ ਹਨ। ਉਹਨਾਂ ਦੇ ਵਿੱਚੋਂ ਇੱਕ ਹੈ ਜੀ ਉੱਚੀ ਪਾਠ ਜਾਂ ਉੱਚੀ ਪੜ੍ਹਨਾ, ਅਤੇ ਦੂਸਰਾ ਹੈ ਜੀ ਮੌਨ ਪਾਠ ਜਾਂ ਮੌਨ ਪੜ੍ਹਨਾ। ਸੋ ਇਹ 2 ਨੇ ਸੂਖਮ ਵਾਚਨ ਦੇ ਵਿੱਚ। ਇਹਨਾਂ ਦੋਵਾਂ ਨੂੰ ਵੀ ਵਾਚਨ ਦੇ ਵਿੱਚ ਗਿਣਿਆ ਜਾਂਦਾ ਹੈ। ਇਸ ਤਰ੍ਹਾਂ ਵਾਚਨ ਦੀਆਂ ਕੁੱਲ ਕਿਸਮਾਂ ਜਾਂ ਵਾਚਨ ਦੇ ਪ੍ਰਕਾਰ ਜਾਂ ਕੁੱਲ ਪ੍ਰਕਾਰ ਉਹ ਕਿੰਨੇ ਹੋ ਜਾਂਦੇ ਆ ਜੀ? 1 ਸੂਖਮ, 2 ਸਥੂਲ, 3 ਉੱਚੀ, 4 ਮੌਨ। ਕਿਉਂਕਿ ਸਕੂਲ ਦੇ ਵਿੱਚ ਜਦੋਂ ਆਪਾਂ ਬੱਚੇ ਨੂੰ ਰਸਮੀ ਸਿੱਖਿਆ ਦਿੰਦੇ ਆ ਉਦੋਂ ਸੂਖਮ ਵਾਚਨ ਹੀ ਕੰਮ ਆਉਂਦਾ ਹੈ। ਤਾਂ ਜਦੋਂ ਆ ਗਿਆ ਸੂਖਮ ਵਾਚਨ ਕੰਮ, ਉਦੋਂ ਕੀ ਹੈ, 2 ਤਰ੍ਹਾਂ ਨਾਲ ਹੁੰਦਾ ਹੈ ਜੀ ਸੂਖਮ ਵਾਚਨ। ਇੱਕ ਉੱਚੀ ਪਾਠ ਹੁੰਦਾ ਹੈ, ਇੱਕ ਮੌਨ ਪਾਠ ਹੁੰਦਾ ਹੈ ਜੀ। ਇਸੇ ਕਰਕੇ ਇਹਨਾਂ ਦੋਨਾਂ ਦਾ ਵੀ ਬਹੁਤ ਜ਼ਿਆਦਾ ਮਹੱਤਵ ਹੈ। ਇਸ ਕਰਕੇ ਸਕੂਲੀ ਸਿੱਖਿਆ ਨੂੰ, ਬੱਚੇ ਦਾ ਜਿਹੜਾ ਭਾਸ਼ਾ ਗਿਆਨ ਹੈ ਉਹ ਸਕੂਲ ਦੇ ਵਿੱਚ ਬੱਚੇ ਨੂੰ ਦਿੱਤਾ ਜਾਣਾ। ਇਸ ਕਰਕੇ ਸਕੂਲੀ ਸਿੱਖਿਆ ਨੂੰ ਆਧਾਰ ਬਣਾ ਕੇ ਵਾਚਨ ਦੀਆਂ ਕੁੱਲ 4 ਕਿਸਮਾਂ ਸਾਨੂੰ ਦੱਸੀਆਂ ਜਾਂਦੀਆਂ ਹਨ: ਸੂਖਮ, ਸਥੂਲ, ਉੱਚੀ ਅਤੇ ਮੌਨ ਪਾਠ। ਹੁਣ ਦੇਖੋ ਜੀ, ਉੱਚੀ ਪਾਠ ਅਤੇ ਮੌਨ ਪਾਠ ਕੀ ਹੈ? ਉੱਚੀ ਪਾਠ ਦਾ ਮਤਲਬ ਹੈ ਕਿ ਉੱਚੀ ਆਵਾਜ਼ ਦੇ ਵਿੱਚ ਉੱਚੀ ਸਵਰਾਂ ਦਾ ਉਚਾਰਨ ਕਰਨਾ, ਉੱਚੀ ਆਵਾਜ਼ ਦੇ ਵਿੱਚ ਪੜ੍ਹਨਾ,
ਉੱਚੀ ਸਵਰਾਂ ਦਾ ਉਚਾਰਨ ਕਰਨਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਉੱਚੀ ਪਾਠ। ਤੇ ਮੌਨ ਪਾਠ ਕਿਹੜਾ ਹੈ ਜੀ? ਮੌਨ ਪਾਠ ਹੈ ਮਨ ਹੀ ਮਨ ਦੇ ਵਿੱਚ ਬਿਨਾਂ ਬੁੱਲਾਂ ਨੂੰ ਹਿਲਾਇਆ ਤੇ ਬਿਨਾਂ ਦੰਦਾਂ ਨੂੰ ਵਿਖਾਇਆ ਜਿਹੜਾ ਪਾਠ ਕੀਤਾ ਜਾਵੇ ਉਹਨੂੰ ਕਿਹਾ ਜਾਂਦਾ ਹੈ ਮੌਨ ਵਾਚ ਜਾਂ ਮੌਨ ਪਾਠ। ਮੌਨ ਵਾਚਨ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਮੌਨ ਵਾਚਨ ਦੀ ਪ੍ਰਕਿਰਿਆ ਦੇ ਵਿੱਚ ਅਸੀਂ ਮਨ ਹੀ ਮਨ ਦੇ ਵਿੱਚ ਪੜ੍ਹਦੇ ਹਾਂ, ਆਪਣੇ ਅੰਦਰ ਹੀ ਅੰਦਰ ਪੜ੍ਹੀ ਜਾਂਦੇ ਹਾਂ। ਤੇ ਇਹਦੇ ਨਾਲ ਸਾਡੇ ਮੌਨ ਵਾਚਨ ਦੇ ਵਿੱਚ ਪਤਾ ਕੀ ਹੈ, ਇੱਕ ਤਾਂ ਬੁੱਲ ਨਹੀਂ ਹਿੱਲਣੇ ਚਾਹੀਦੇ। ਕੰਡੀਸ਼ਨਾਂ ਕੀ ਹੈ? ਦੋ ਹੈ ਕੰਡੀਸ਼ਨਾਂ। ਇੱਕ ਤਾਂ ਬੁੱਲ ਨਹੀਂ ਹਿੱਲਣੇ ਚਾਹੀਦੇ ਸਾਡੇ ਮੌਨ ਪਾਠ ਕਰਦੇ ਹਾਂ, ਅਤੇ ਦੂਸਰਾ ਸਾਡੇ ਦੰਦ ਨਹੀਂ ਦਿਖਣੇ ਚਾਹੀਦੇ। ਦੋ ਹੈ ਜੀ ਇਹ। ਸੋ ਇਹ ਉੱਚੀ ਪਾਠ ਅਤੇ ਮੌਨ ਪਾਠ ਹੋ ਗਿਆ ਜੀ। ਹੁਣ ਦੇਖੋ ਜੀ, ਉੱਚੀ ਪਾਠ ਅੱਗੇ ਹੁੰਦਾ ਦੋ ਤਰੀਕੇ ਨਾਲ। ਇੱਕ ਤਾਂ ਹੁੰਦਾ ਵਿਅਕਤੀਗਤ ਅਤੇ ਇੱਕ ਹੁੰਦਾ ਜੀ ਸਮੂਹਿਕ ਪਾਠ। ਇਹ ਦੋਨੋਂ ਹੁੰਦੇ ਜਮਾਤ ਦੇ ਵਿੱਚ ਹੀ ਹੈ, ਦੋਨੋਂ ਹੁੰਦੇ ਕਲਾਸ ਦੇ ਵਿੱਚ ਹੀ ਹੈ। ਕਿਵੇਂ ਹੁੰਦੇ ਆ ਸੁਣ ਲਓ। ਵਿਅਕਤੀਗਤ ਤੋਂ ਮਤਲਬ ਆਪਾਂ ਨੂੰ ਪਤਾ ਹੈ ਕਿ ਇੱਕ ਬੰਦਾ ਪੜ੍ਹੂਗਾ ਪਾਠ ਉੱਚੀ। ਸਮੂਹਿਕ ਦਾ ਸਾਨੂੰ ਮਤਲਬ ਪਤਾ ਹੈ ਕਿ ਸਮੂਹ ਦੇ ਵਿੱਚ ਜਦੋਂ ਬੱਚੇ ਸਮੂਹ ਦੇ ਵਿੱਚ ਰਲ ਕੇ ਜਦੋਂ ਪਾਠ ਪੜ੍ਹਨਗੇ ਉਦੋਂ ਸਾਨੂੰ ਪਤਾ ਹੈ ਕਿ ਇਹ ਸਮੂਹਿਕ ਪਾਠ ਹੋ ਜਾਊਗਾ। ਹੁਣ ਦੇਖੋ ਜੀ, ਵਿਅਕਤੀਗਤ ਉੱਚੀ ਪਾਠ ਕੀ ਹੈ? ਵਿਅਕਤੀਗਤ ਉੱਚੀ ਪਾਠ, ਕਿਉਂਕਿ ਉੱਚੀ ਪਾਠ ਦੇ ਅੱਗੇ ਦੋ ਪ੍ਰਕਾਰ ਨੇ, ਇੱਕ ਵਿਅਕਤੀਗਤ ਉੱਚੀ ਪਾਠ ਅਤੇ ਇੱਕ ਹੈਗਾ ਸਮੂਹਿਕ ਉੱਚੀ ਪਾਠ, ਦੋ ਨੇ। ਸੋ ਵਿਅਕਤੀਗਤ ਉੱਚੀ ਪਾਠ ਦੇ ਵਿੱਚ ਜਦੋਂ ਅਧਿਆਪਕ ਪਾਠ ਪੁਸਤਕ ਨੂੰ ਪੜ੍ਹਾਉਂਦਿਆਂ ਹੋਇਆਂ ਉੱਚੀ ਆਵਾਜ਼ ਦੇ ਵਿੱਚ ਉੱਚੀ ਸਵਰਾਂ ਦਾ ਉਚਾਰਨ ਕਰਦਾ ਹੈ, ਸ਼ਬਦਾਂ ਦਾ ਉੱਚੀ ਉਚਾਰਨ ਕਰਕੇ ਜਦੋਂ ਪੜ੍ਹਾਉਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਵਿਅਕਤੀਗਤ ਉੱਚੀ ਪਾਠ। ਵਿਅਕਤੀਗਤ ਉੱਚੀ ਪਾਠ ਦੇ ਵਿੱਚ ਵਿਅਕਤੀਗਤ ਉੱਚੀ ਜਿਹੜਾ ਪਾਠ ਹੈ ਉਹ ਦੋ ਲੋਕ ਕਰਦੇ ਨੇ, ਦੋ ਬੰਦੇ ਕਰਦੇ ਨੇ। ਕਹਿਣ ਦਾ ਮਤਲਬ ਦੋ ਧਿਰਾਂ, ਦੋ ਸਮੂਹ, ਦੋ ਮਤਲਬ ਦੋ ਪਾਸੇ, ਦੋ ਧਿਰਾਂ ਦਾ ਮਤਲਬ ਦੋ ਪਾਸੇ, ਦੋ ਪਾਸੇ ਕਰਦੇ ਨੇ। ਕੌਣ ਕੌਣ? ਇੱਕ ਤਾਂ ਅਧਿਆਪਕ ਕਰਦਾ ਹੈ ਅਤੇ ਇੱਕ ਵਿਦਿਆਰਥੀ ਵੀ ਕਰਦਾ ਹੈ, ਦੋਨੋਂ ਕਰਦੇ ਨੇ। ਅੱਛਾ, ਜਦੋਂ ਤਾਂ ਉੱਚੀ ਪਾਠ ਜਿਹੜਾ ਵਿਅਕਤੀਗਤ ਉੱਚੀ ਪਾਠ ਹੈ ਉਹ ਅਧਿਆਪਕ ਵੱਲੋਂ ਕੀਤਾ ਜਾਵੇ ਤਾਂ ਉਹਨੂੰ ਕਿਹਾ ਜਾਂਦਾ ਆਦਰਸ਼ ਪਾਠ। ਪਰ ਜਦੋਂ ਉਹੀ ਪਾਠ ਵਿਦਿਆਰਥੀ ਵੱਲੋਂ ਉੱਚੀ ਕੀਤਾ ਜਾਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਅਨੁਕਰਨ ਪਾਠ। ਇਹ ਤੁਸੀਂ ਖਾਸ ਕਰਕੇ ਧਿਆਨ ਵਿੱਚ ਰੱਖਣਾ। ਵਿਅਕਤੀਗਤ ਪਾਠ ਹੈ ਜਿਹੜਾ ਉਹ ਦੋ ਤਰੀਕੇ ਨਾਲ ਹੁੰਦਾ ਹੈ। ਅੱਗੇ ਜਦੋਂ ਤਾਂ ਅਧਿਆਪਕ ਉੱਚੀ ਪੜ੍ਹਦਾ ਹੈ, ਕਿਉਂਕਿ ਵਿਅਕਤੀਗਤ ਦਾ ਮਤਲਬ ਇੱਕੋ ਬੰਦਾ, ਇੱਕ ਬੰਦਾ ਮਤਲਬ ਅਧਿਆਪਕ ਇੱਕ ਹੈ, ਸ਼੍ਰੇਣੀ ਦੇ ਵਿੱਚ ਇੱਕ ਅਧਿਆਪਕ ਹੈ। ਜਦੋਂ ਉਹ ਪਾਠ ਪੁਸਤਕ ਨੂੰ ਉੱਚੀ ਬੋਲ ਕੇ ਉੱਚੀ ਸਵਰਾਂ ਦੇ ਉਚਾਰਨ ਨਾਲ ਪੜ੍ਹਦਾ ਹੈ ਤਾਂ ਆਪਾਂ ਉਸ ਨੂੰ ਕਹਿ ਦਿੰਦੇ ਹਾਂ ਵਿਅਕਤੀਗਤ ਉੱਚੀ ਪਾਠ। ਪਰ ਉਹ ਕਰ ਕੌਣ ਰਿਹਾ ਹੈ? ਅਧਿਆਪਕ। ਇਸ ਕਰਕੇ ਜਦੋਂ ਵਿਅਕਤੀਗਤ ਉੱਚੀ ਪਾਠ ਦੀ ਪ੍ਰਕਿਰਿਆ ਅਧਿਆਪਕ ਕਰੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਆਦਰਸ਼ ਪਾਠ। ਪਰ ਜਦੋਂ ਵਿਅਕਤੀਗਤ ਉੱਚੀ ਪਾਠ ਕਿਸੇ ਕਲਾਸ ਦੇ ਵਿੱਚ ਕਿਸੇ ਇੱਕ ਵਿਦਿਆਰਥੀ ਵੱਲੋਂ ਕੀਤਾ ਜਾਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਅਨੁਕਰਨ ਪਾਠ। ਇਹ ਧਿਆਨ ਦੇ ਵਿੱਚ ਰੱਖਣਾ ਤੁਸੀਂ। ਉਸ ਤੋਂ ਬਾਅਦ ਹੈ ਜੀ ਸਮੂਹਿਕ ਪਾਠ। ਸਮੂਹਿਕ ਪਾਠ ਦਾ ਮਤਲਬ ਕੀ ਹੈ ਕਿ ਛੋਟੀਆਂ ਜਮਾਤਾਂ ਦੇ ਵਿੱਚ ਵਿਦਿਆਰਥੀ ਹੈ ਜਿਹੜੇ ਉਹ ਕਵਿਤਾ ਜਾਂ ਬਾਲ ਗੀਤ ਵਗੈਰਾ ਜਦੋਂ ਉੱਚੀ ਬੋਲ ਕੇ ਪੜ੍ਹਦੇ ਹਨ, ਉੱਚੀ ਸਵਰਾਂ ਦੇ ਉਚਾਰਨ ਨਾਲ ਪੜ੍ਹਦੇ ਹਨ ਤਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਜੀ ਸਮੂਹਿਕ ਉੱਚੀ ਪਾਠ। ਹੁਣ ਆ ਗਿਆ ਜੀ ਮੌਨ ਪਾਠ। ਇਹ ਵੀ ਤੁਹਾਡੇ ਕੰਮ ਦਾ ਹੈ। ਮੌਨ ਪਾਠ ਤੁਸੀਂ ਕਰਦੇ ਹੋ, ਦੇਖ ਲਓ। ਮੌਨ ਪਾਠ ਦੇ ਵਿੱਚ ਦੇਖੋ ਕੀ ਹੈ। ਮੌਨ ਪਾਠ ਦੀ ਪਰਿਭਾਸ਼ਾ ਮੈਂ ਤੁਹਾਨੂੰ ਦੱਸਦੀ ਹੈ ਕਿ ਮੌਨ ਪਾਠ ਮਤਲਬ ਕੀ ਹੈ ਕਿ ਮਨ ਹੀ ਮਨ ਦੇ ਵਿੱਚ ਸਿਰਫ ਅਰਥ ਗ੍ਰਹਿਣ ਕਰਨੇ ਨੇ। ਸੋ ਬੋਲ ਕੇ ਕਿਸੇ ਨੂੰ ਬੋਲਣਾ ਨਹੀਂ ਹੈ। ਬੁੱਲ ਜਿਹੜੇ ਬਿਲਕੁਲ ਨਹੀਂ ਹਿਲਾਉਣੇ, ਦੰਦ ਹੈ ਜਿਹੜੇ ਉਹ ਬਿਲਕੁਲ ਦਿਖਣੇ ਨਹੀਂ ਚਾਹੀਦੇ, ਬਿਲਕੁਲ ਚੁੱਪੀ ਸਾਧ ਕੇ ਪੜ੍ਹਨਾ, ਉਹਨੂੰ ਕਿਹਾ ਜਾਂਦਾ ਮੌਨ ਪਾਠ। ਇਹ ਹੁੰਦਾ ਹੈ ਜੀ ਦੋ ਤਰੀਕੇ ਨਾਲ। ਇੱਕ ਤਾਂ ਹੁੰਦਾ ਹੈ ਗੰਭੀਰ ਮੌਨ ਪਾਠ ਅਤੇ ਇੱਕ ਹੁੰਦਾ ਹੈ ਜੀ ਤੇਜ਼ ਮੌਨ ਪਾਠ। ਅੱਛਾ, ਗੰਭੀਰ ਵਾਚਨ ਜਾਂ ਤੇਜ਼ ਵਾਚਨ ਹੈ ਨਾ, ਪਾਠ ਜਾਂ ਵਾਚਨ ਵੀ ਪਾਠ ਦੀ ਥਾਂ 'ਤੇ ਲਿਖਿਆ ਆ ਜਾਂਦਾ ਕਈ ਵਾਰੀ, ਦੋਨੋਂ ਹੀ ਆ ਜਾਂਦੇ ਨੇ। ਸੋ ਗੰਭੀਰ ਵਾਚਨ ਹੈ ਜਿਹੜਾ, ਉਹਦੇ ਵਿੱਚ ਕੀ ਹੁੰਦਾ ਕਿ ਪੜ੍ਹਨਾ ਤਾਂ ਮੌਨ ਹੈ। ਪਾਠ ਪੁਸਤਕ ਨੂੰ, ਕਿਸੇ ਵੀ ਕਿਤਾਬ ਨੂੰ ਪੜ੍ਹਨਾ ਤਾਂ ਚੁੱਪ ਕਰਕੇ ਹੈ, ਮਨ ਹੀ ਮਨ ਦੇ ਵਿੱਚ ਪੜ੍ਹਨਾ ਹੈ, ਪਰ ਉਸ ਦਾ ਗੰਭੀਰਤਾ ਦੇ ਨਾਲ ਵਿਸ਼ਲੇਸ਼ਣ ਕਰਨਾ ਹੈ, ਉਸ ਦੀ ਮਤਲਬ ਤਹਿ ਤੱਕ ਜਾਣਾ ਹੈ, ਉਸ ਦੇ ਮਤਲਬ ਅਗਰ ਜਿਹੜੇ ਭਾਵ ਅਰਥ ਛੁਪੇ ਹੋਏ ਹਨ ਉਹਨਾਂ ਨੂੰ ਗ੍ਰਹਿਣ ਕਰਨਾ ਹੈ, ਉਹਨਾਂ ਨੂੰ ਗ੍ਰਹਿਣ ਕਰਨਾ ਹੈ। ਉਹਦੇ ਵਿੱਚ ਅਸੀਂ ਵਿਸ਼ਾ ਵਸਤੂ ਨੂੰ ਗ੍ਰਹਿਣ ਕਰਨਾ ਹੈ, ਜੋ ਸਾਡੇ ਲੇਖਕ ਦੇ ਵਿਚਾਰ ਨੇ ਉਹਨਾਂ ਨੂੰ ਗ੍ਰਹਿਣ ਕਰਨਾ ਹੈ।
ਉਹਨਾਂ ਦਾ ਵਿਸ਼ਲੇਸ਼ਣ ਸੰਸਲੇਸ਼ਣ ਕਰਨਾ ਹੈ, ਉਹਨੂੰ ਕਿਹਾ ਜਾਂਦਾ ਹੈ ਗੰਭੀਰ ਵਾਚਨ। ਜਦੋਂ ਦੇਖੋ ਜੀ ਪ੍ਰਾਪਤ ਕਰਨੀ ਹੈ ਨੌਕਰੀ, ਜਦੋਂ ਕਿਸੇ ਕਿਤਾਬ ਨੂੰ ਤੁਸੀਂ ਪਹਿਲੀ ਵਾਰੀ ਪੜ੍ਹ ਰਹੇ ਹੋ ਉਦੋਂ ਤੁਸੀਂ ਉਦੋਂ ਕੀ ਕਰਦੇ ਹੋ, ਇਸ ਦਾ ਗੰਭੀਰ ਵਾਚਨ ਕਰਦੇ ਹੋ, ਉਹਦੀ ਪੂਰੀ ਤਹਿ ਤੱਕ ਜਾਂਦੇ ਹੋ, ਪੂਰੇ ਕਨਸੈਪਟ ਹੈ ਜਿਹੜੇ ਉਹਨਾਂ ਨੂੰ ਕਲੀਅਰ ਕਰਦੇ ਹੋ, ਉਹਨੂੰ ਕਿਹਾ ਜਾਂਦਾ ਹੈ ਗੰਭੀਰ ਵਾਚਨ। ਹੁਣ ਹੈ ਜੀ ਤੇਜ਼ ਵਾਚਨ। ਤੇਜ਼ ਵਾਚਨ ਦਾ ਮਤਲਬ ਹੈ ਕਿ ਸਿਰਫ ਮਤਲਬ ਅਰਥ ਗ੍ਰਹਿਣ ਕਰਨਾ ਹੈ ਬਸ। ਇਹ ਪ੍ਰਕਿਰਿਆ ਤੁਸੀਂ ਕਦੋਂ ਕਰਦੇ ਹੋ, ਜਦੋਂ ਤੁਸੀਂ ਗੰਭੀਰ ਵਾਚਨ ਦੇ ਵਿੱਚ ਪੂਰੇ ਐਕਸਪਰਟ ਹੋ ਗਏ। ਗੰਭੀਰ ਵਾਚਨ ਮੰਨ ਲਓ ਤੁਸੀਂ ਇੱਕ ਪੁਸਤਕ ਨੂੰ ਗੰਭੀਰ ਵਾਚਨ ਦੇ ਰੂਪ ਵਿੱਚ ਪੜ੍ਹ ਚੁੱਕੇ ਹੋ, ਉਸ ਤੋਂ ਬਾਅਦ ਜਦੋਂ ਤੁਸੀਂ ਅਗਲੀ ਵਾਰ ਉਸ ਨੂੰ ਪੜ੍ਹੋਗੇ ਤਾਂ ਉਦੋਂ ਤੁਸੀਂ ਕੀ ਕਰੋਗੇ, ਤੇਜ਼ ਵਾਚਨ ਦੇ ਰੂਪ ਵਿੱਚ ਉਸ ਦਾ ਕੇਵਲ ਅਰਥ ਗ੍ਰਹਿਣ ਕਰੋਗੇ। ਹੁਣ ਦੇਖੋ ਜੀ ਕਿਵੇਂ ਆਪਾਂ ਪੜ੍ਹਦੇ ਹਾਂ। ਦੇਖੋ ਜੀ ਜਦੋਂ ਤਾਂ ਤੁਸੀਂ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਕਿਸੇ ਪਾਠ ਪੁਸਤਕ ਨੂੰ ਪੜ੍ਹਦੇ ਹੋ ਤਾਂ ਉਦੋਂ ਤੁਸੀਂ ਕਰਦੇ ਹੋ ਗੰਭੀਰ ਵਾਚਨ, ਕਿਉਂਕਿ ਉਦੋਂ ਤੁਸੀਂ ਉਸ ਜਿਹੜੇ ਅਰਥ ਨੇ ਉਹਨਾਂ ਦੇ ਮਗਰ ਭਾਵ ਅਰਥ ਕਿਹੜੇ ਛੁਪੇ ਹੋਏ ਹਨ ਉਹਨਾਂ ਨੂੰ ਗ੍ਰਹਿਣ ਕਰਨਾ। ਤੁਸੀਂ ਜਿਹੜਾ ਕੋਈ ਮੰਨ ਲਓ ਜਿਹੜਾ ਲਿਖਣ ਵਾਲਾ ਲਿਖਾਰੀ ਹੈ ਜਾਂ ਜਿਹੜਾ ਆਪਣੇ ਕਹਿ ਦਿੰਦੇ ਆਪਾਂ ਵੀ ਜਿਹਨੇ ਰਚਨਾ ਕੀਤੀ ਹੈ, ਜਿਹੜਾ ਰਚਨਾਕਾਰ ਹੈ, ਉਹਦਾ ਮਤਲਬ ਉਹਦੇ ਨਾਲ ਸੰਬੰਧਿਤ ਜਿਹੜੇ ਵਿਚਾਰ ਹਨ ਉਹਨਾਂ ਨੂੰ ਗ੍ਰਹਿਣ ਕਰਨਾ ਹੈ। ਅਸੀਂ ਵਿਸ਼ੇ ਵਸਤੂ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰਨਾ ਹੈ, ਉਸ ਦਾ ਸੰਸਲੇਸ਼ਣ ਵਿਸ਼ਲੇਸ਼ਣ ਕਰਨਾ ਹੈ। ਅਸੀਂ ਉਦੋਂ ਆਪਾਂ ਕੀ ਕਰਦੇ ਹਾਂ, ਜਦੋਂ ਆਪਾਂ ਇਹ ਪ੍ਰਕਿਰਿਆਵਾਂ ਨੂੰ ਫੋਲੋ ਕਰਦੇ ਹਾਂ ਉਦੋਂ ਆਪਾਂ ਗੰਭੀਰ ਵਾਚਨ ਕਰ ਰਹੇ ਹੁੰਦੇ ਹਾਂ। ਅੱਛਾ, ਹੁਣ ਤੁਸੀਂ ਦੇਖ ਲਿਓ, ਕਦੇ ਆਪਾਂ ਕਹਾਣੀ ਪੜ੍ਹਦੇ ਹਾਂ, ਕਦੇ ਆਪਾਂ ਨਾਵਲ ਪੜ੍ਹਦੇ ਹਾਂ ਜਾਂ ਨਾਟਕ ਪੜ੍ਹਦੇ ਹਾਂ, ਆਪਾਂ ਨੂੰ ਪਤਾ ਵੀ ਇਹ ਕਹਾਣੀ ਟਾਈਪ ਆ, ਆਪਾਂ ਉਸ ਨੂੰ ਤੇਜ਼ ਵਾਚਨ ਦੇ ਨਾਲ ਪੜ੍ਹਦੇ ਹਾਂ। ਤੁਸੀਂ ਕਦੇ ਵੇਖਿਆ ਵੀ ਆਪਾਂ ਅਖਬਾਰ ਨੂੰ ਪੂਰੇ ਗੰਭੀਰ ਵਾਚਨ ਨਾਲ ਪੜ੍ਹਦੇ ਹਾਂ? ਗੰਭੀਰ ਵਾਚਨ ਨਾਲ ਅੱਜ ਕੱਲ੍ਹ ਕੋਈ ਨਹੀਂ ਕਰਦਾ ਇਹਨਾਂ ਚੀਜ਼ਾਂ ਦਾ। ਗੰਭੀਰ ਵਾਚਨ ਹੈ ਜਿਹੜਾ ਉਹ ਅਕਾਦਮਿਕ ਦੇ ਰੂਪ ਵਿੱਚ ਅੱਜ ਕੱਲ੍ਹ ਹੋ ਰਿਹਾ ਹੈ ਨਾ, ਕਿਉਂਕਿ ਤੁਸੀਂ ਮੰਨ ਲਓ ਤੁਸੀਂ ਗੰਭੀਰ ਵਾਚਨ ਹੀ ਕਰਦੇ ਹੋ, ਅਗਰ ਕੋਈ ਕੰਪੀਟੀਟਰ ਹੈ ਤਾਂ ਉਹ ਗੰਭੀਰ ਵਾਚਨ ਹੀ ਕਰੇਗਾ। ਅਤੇ ਮੰਨ ਲਓ ਜਿਸ ਨੇ ਆਪਣਾ ਟਾਈਮ ਪਾਸ ਕਰਨਾ ਹੈ, ਜਿਸ ਨੇ ਆਪਣੇ ਵਿਹਲੇ ਟਾਈਮ ਨੂੰ ਮਤਲਬ ਵੀ ਵਿਹਲਾ ਟਾਈਮ ਹੈ ਜਿਹੜਾ ਉਸ ਨੂੰ ਕਿਤੇ ਵਰਤੋਂ ਦੇ ਵਿੱਚ ਲਿਆਉਣਾ ਹੈ, ਉਸ ਨੂੰ ਉਸ ਦਾ ਕੋਈ ਉਪਯੋਗ ਕਰਨਾ ਹੈ, ਤਾਂ ਉਦੋਂ ਉਹ ਕੀ ਕਰਦਾ, ਕੋਈ ਨਾਵਲ ਜਾਂ ਨਾਟਕ ਲੈ ਕੇ ਬੈਠ ਜਾਂਦਾ ਅਤੇ ਉਸ ਨੂੰ ਇੱਕੋ ਸਾਰ ਪੜ੍ਹ ਦਿੰਦਾ। ਉਹਨੂੰ ਕਿਹਾ ਜਾਂਦਾ ਹੈ ਤੇਜ਼ ਵਾਚਨ। ਸੋ ਇਹ ਵਾਚਨ ਦੀਆਂ ਕਿਸਮਾਂ ਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇੱਕ ਵਾਰੀ ਫੇਰ ਸੁਣ ਲਓ। ਦੇਖੋ ਜੀ ਕਿਤਾਬਾਂ ਦੇ ਵਿੱਚ ਦੋ ਤਰੀਕੇ ਨਾਲ ਗੱਲਾਂ ਦਿੱਤੀਆਂ ਹੋਈਆਂ ਹਨ। ਕੋਈ ਵੀ ਓਥੈਂਟਿਕ ਕਿਤਾਬ ਚੱਕ ਲਓ, ਉਹਦੇ ਵਿੱਚ ਲਿਖਿਆ ਕਿ ਵਾਚਨ ਦੀਆਂ ਦੋ ਮੁੱਖ ਕਿਸਮਾਂ ਹਨ ਜੀ। ਕਿਹੜੀਆਂ ਕਿਹੜੀਆਂ? ਇੱਕ ਸੂਖਮ ਵਾਚਨ ਅਤੇ ਸਥੂਲ ਵਾਚਨ। ਪਰ ਐਗਜ਼ਾਮ ਦੇ ਵਿੱਚ ਕਿਵੇਂ ਆਇਆ ਸੀ, ਐਗਜ਼ਾਮ ਦੇ ਵਿੱਚ ਜਦੋਂ ਪ੍ਰਸ਼ਨ ਆਇਆ ਕਿ ਵਾਚਨ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਉਦੋਂ ਆਪਸ਼ਨ ਦਿੱਤੇ ਸੀ ਜੀ ਆਹ, ਅਤੇ ਇਹਨਾਂ ਦੇ ਵਿੱਚੋਂ ਆਪਾਂ ਨੂੰ ਪਤਾ ਹੈ, ਦੇਖੋ ਜੀ ਦੋ ਆਪਸ਼ਨ ਤਾਂ ਹੈ ਹੀ ਨਹੀਂ ਕਿਤੇ, ਇਸ ਕਰਕੇ 4 ਹੀ ਸਹੀ ਮੰਨਿਆ ਜਾਵੇਗਾ, 4। ਸੋ ਇਸ ਕਰਕੇ ਵਾਚਨ ਦੀਆਂ ਕਿਸਮਾਂ ਜਾਂ ਕੁੱਲ ਕਿਸਮਾਂ ਜਾਂ ਪ੍ਰਕਾਰ ਜਾਂ ਕੁੱਲ ਪ੍ਰਕਾਰ ਕਿੰਨੇ ਹੋ ਜਾਂਦੇ ਆ ਜੀ? 4। ਕਿਹੜੇ ਕਿਹੜੇ? ਸੂਖਮ, ਸਥੂਲ, ਉੱਚੀ ਅਤੇ ਮੌਨ। ਇਹਨਾਂ ਦਾ ਵੀ ਅੱਗੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਡਾਇਗਰਾਮ ਇਹ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਣਾ ਹੈ। ਇਹ ਹੈ ਜਿਹੜਾ ਆਪਣੀ ਜਿਹੜੀ ਗਾਈਡ ਹੈ ਨਾ ਉਹਦੇ ਵਿੱਚ ਪ੍ਰੋਪਰ ਦਿੱਤਾ ਹੋਇਆ, ਸਾਰਾ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੋਇਆ। ਹਾਂਜੀ, ਹੁਣ ਆਪਾਂ ਪਹਿਲਾਂ ਗੱਲ ਕਰਨੀ ਹੈ ਜੀ ਜਿਹੜਾ ਸੂਖਮ ਵਾਚਨ ਹੈ, ਉਹ ਜਿਹੜਾ ਆਪਾਂ ਨਿਰਧਾਰਿਤ ਪਾਠ ਪੁਸਤਕ ਹੈ ਜਿਹੜੀ ਜਮਾਤ ਦੇ ਲਈ ਨਿਰਧਾਰਿਤ ਕੀਤੀ ਗਈ ਹੈ, ਜਿਹਦੇ ਵਿੱਚ ਸਿਲੇਬਸ ਨਿਰਧਾਰਿਤ ਕੀਤਾ ਗਿਆ ਹੈ ਵੀ ਇੰਨਾ ਹੀ ਪੜ੍ਹਨਾ, ਉਹਦੇ ਨਾਲ ਸੰਬੰਧਿਤ ਜਿਹੜੀ ਪਾਠ ਪੁਸਤਕ ਹੈ ਉਹਨੂੰ ਜਮਾਤ ਦੇ ਵਿੱਚ ਜਦੋਂ ਪੜ੍ਹਾਉਣਾ ਹੈ ਉਸ ਨੂੰ ਕਿਹਾ ਜਾਂਦਾ ਹੈ ਸੂਖਮ ਵਾਚਨ। ਉਸ ਨੂੰ ਕਹਿ ਦਿੰਦੇ ਹਾਂ ਆਪਾਂ ਸੂਖਮ ਵਾਚਨ ਨੂੰ ਪੜ੍ਹਾਉਣ ਦੀਆਂ ਦੇਖੋ ਜੀ ਵਿਧੀਆਂ ਕਿਹੜੀਆਂ ਕਿਹੜੀਆਂ ਨੇ। ਵਿਧੀਆਂ ਦਾ ਮਤਲਬ ਕੀ ਹੈ ਇੱਥੇ? ਸੂਖਮ ਵਾਚਨ ਦਾ ਮਤਲਬ ਇੱਕ ਕੋਈ ਪਾਠ, ਇੱਕ ਕੋਈ ਵਿਸ਼ਾ ਤੁਸੀਂ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਹੈ, ਜਿਹੜਾ 35-40 ਮਿੰਟ ਦਾ ਇੱਕ ਪੀਰੀਅਡ ਹੈ, ਉਹਦੇ ਦੌਰਾਨ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ, ਤਾਂ ਉਦੋਂ ਤੁਸੀਂ ਕਿਹੜੇ ਕਿਹੜੇ ਤਰੀਕੇ ਵਰਤਣੇ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਵਿਧੀਆਂ। ਸੋ ਇਹ ਹੈ ਜਿਹੜੀ ਦੇਖੋ ਜੀ ਜਿਹੜੀਆਂ ਪਾਠ ਯੋਜਨਾ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ ਨਾ, ਉਹ ਸੂਖਮ ਵਾਚਨ ਦੇ ਅੰਤਰਗਤ ਹੀ ਆਉਂਦੀਆਂ ਹੈ ਨਾ। ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੀ ਆਪਾਂ ਪਾਠ ਯੋਜਨਾ ਦੀ ਇੱਕ ਗੱਲ ਕਰਦੇ ਹਾਂ ਕਿ ਜਿਹੜੀ ਆਪਾਂ 40 ਮਿੰਟਾਂ ਦੀ ਪਾਠ ਯੋਜਨਾ ਜਿਹੜੀ ਬਣਾਉਂਦੇ ਹਾਂ ਉਹ ਆਪਾਂ ਇੱਕ ਪੀਰੀਅਡ ਦੇ ਨਾਲ ਸੰਬੰਧਿਤ ਹੁੰਦੀ ਹੈ। ਉਹਦੇ ਆਧਾਰ 'ਤੇ ਹੀ ਤੁਸੀਂ ਦੇਖ ਲਿਓ, ਭਾਵੇਂ ਲਗਭਗ ਉਹਦੇ ਨਾਲ ਜਿਹੜੇ ਇਹ ਜਿਹੜੇ ਹੈਗੇ ਆਪਸ਼ਨ ਇਹ ਲਗਭਗ ਮੇਲ ਖਾਂਦੇ ਆ ਉਸ ਚੀਜ਼ ਨਾਲ। ਸਭ ਤੋਂ ਪਹਿਲੀ ਵਿਧੀ ਜਾਂਦਿਆਂ ਕੀ ਵਰਤਣੀ ਹੈ? ਤੁਸੀਂ ਜਾਂਦਿਆਂ ਸਾਰੀ ਬੱਚੇ ਨੂੰ ਪੜ੍ਹਾਉਣ ਨਹੀਂ ਲੱਗ ਜਾਣਾ। ਐਂ ਨਹੀਂ ਵੀ ਗਏ ਚੱਕੀ ਕਿਤਾਬ, ਹਾਂਜੀ ਪੜ੍ਹੋ ਜੀ, ਖੋਲ੍ਹੋ ਕਿਤਾਬਾਂ। ਇਹ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ, ਉਦੋਂ ਸੀ।
ਹੁਣ ਅੱਜ ਕੱਲ੍ਹ ਦੇਖ ਲਓ ਜੀ ਤਰੀਕਾ ਕੀ ਹੈ। ਸਭ ਤੋਂ ਪਹਿਲਾਂ ਤਾਂ ਜਾਂਦਿਆਂ ਮੌਖਿਕ ਗੱਲਬਾਤ ਕਰਨੀ ਹੈ। ਮੇਰੇ ਵਾਂਗੂ ਸੁਣਾ ਦੇਣੇ 2 ਸ਼ੇਅਰ ਜਾਂਦੇ, ਚਲੋ ਵੀ ਹਾਂਜੀ ਜਵਾਕ ਵਾਹ ਵਾਹ ਅੱਗੋਂ ਵੀ ਜਿਵੇਂ ਮਿਰਜ਼ਾ ਗੱਲ ਵੀ ਆ ਗਿਆ ਵੱਡਾ, ਜਵਾਕ ਅੱਗੋਂ ਕਰਨ ਲੱਗ ਜਾਣ ਵਾਹ ਵਾਹ, ਅਤੇ ਨਾਲ ਹੀ ਕਹਿੰਦੇ ਚਲੋ ਵੀ ਹੁਣ ਪੜ੍ਹੋ, ਖੋਲ੍ਹੋ ਕਿਤਾਬਾਂ, ਬਹੁਤ ਕਰ ਲਈ ਵਾਹ ਵਾਹ ਤੁਸੀਂ। ਮੌਖਿਕ ਗੱਲਬਾਤ ਦਾ ਮਤਲਬ ਕੀ ਹੈ ਕਿ ਬੱਚਿਆਂ ਨਾਲ ਸਭ ਤੋਂ ਪਹਿਲਾਂ ਮਤਲਬ ਜਾਂਦਿਆਂ ਸਾਰ ਹੀ ਕਿਤੇ ਨਾ ਕਿਤੇ ਹਲਕੇ ਫੁਲਕੇ ਪ੍ਰਸ਼ਨਾਂ ਦੁਆਰਾ ਗੱਲਬਾਤ ਸੰਪਰੇਖਣ ਉਹਨਾਂ ਨਾਲ ਸਾਧਣਾ। ਬੱਚਿਆਂ ਨੂੰ ਸੂਖਮ ਵਾਚਨ ਲਈ ਸਭ ਤੋਂ ਪਹਿਲਾਂ ਪ੍ਰੇਰਿਤ ਕਰਨਾ। ਇੱਥੇ ਕਿਹੜੀਆਂ ਕਿਹੜੀਆਂ ਕਿਰਿਆਵਾਂ ਹੋਣਗੀਆਂ ਮੌਖਿਕ ਗੱਲਬਾਤ ਦੇ ਵਿੱਚ? ਦੂਸਰਾ, ਉਸ ਦੇ ਪੂਰਵ ਗਿਆਨ ਨੂੰ ਨਵੇਂ ਗਿਆਨ ਨਾਲ ਜੋੜਨ ਦੀ ਪ੍ਰਕਿਰਿਆ ਜਿਹੜੀ ਉਹ ਮੌਖਿਕ ਗੱਲਬਾਤ ਦੇ ਨਾਲ ਹੋਵੇਗੀ। ਸਭ ਤੋਂ ਪਹਿਲਾਂ ਜਿਹੜਾ ਕੋਈ ਪਾਠ ਵਸਤੂ ਅਧਿਆਪਕ ਨੇ ਬੱਚੇ ਨੂੰ ਪੜ੍ਹਾਉਣਾ ਹੈ ਜਮਾਤ ਦੇ ਵਿੱਚ, ਉਹਦੇ ਨਾਲ ਸੰਬੰਧਿਤ ਕੋਈ ਗੱਲਬਾਤ ਜੋ ਬੱਚਾ ਜਾਣਦਾ ਹੋਵੇ, ਉਹ ਪ੍ਰਸ਼ਨ ਸਭ ਤੋਂ ਪਹਿਲਾਂ ਪੁੱਛਣੇ ਨੇ। ਉਸ ਨੂੰ ਹਲਕੀ ਫੁਲਕੀ, ਹਾਂ ਵੀ ਤੁਸੀਂ ਇਸ ਬਾਰੇ ਜਾਣਦੇ ਹੋ, ਤੁਸੀਂ ਫਲਾਨੀ ਚੀਜ਼ ਬਾਰੇ ਜਾਣਦੇ ਹੋ, ਹੈ ਨਾ। ਜਿਵੇਂ ਮੰਨ ਲਓ ਆਪਾਂ ਸਭ ਤੋਂ ਪਹਿਲਾਂ ਜਿਵੇਂ ਬੱਚੇ ਨੂੰ ਜਾਂਦੇ ਹੀ ਮੰਨ ਲਓ ਸ਼ਾਹਜਹਾਂ ਬਾਰੇ ਪੜ੍ਹਾਉਣਾ, ਤਾਂ ਉਦੋਂ ਅਧਿਆਪਕ ਕੀ ਕਰੇਗਾ ਕਿ ਓਬਵੀਅਸਲੀ ਇਹ ਗੱਲ ਪੱਕੀ ਹੈ ਕਿ ਬੱਚੇ ਤਾਜ ਮਹਿਲ ਬਾਰੇ ਤਾਂ ਜਾਣਦੇ ਹੀ ਹੈ ਨਾ। ਵੀ ਤਾਜ ਮਹਿਲ ਤਾਂ ਆਪਾਂ ਨੂੰ ਪਤਾ ਹੈ ਕਿ ਹਰ ਕੋਈ ਬੱਚਾ ਤਾਜ ਮਹਿਲ ਬਾਰੇ ਨੋਰਮਲ ਜੀ ਗੱਲ ਹੈ ਕਿ ਜਾਣਦੇ ਹੀ ਹੁੰਦੇ ਹੈ ਨਾ। ਤਾਂ ਉਦੋਂ ਕੀ ਹੈ, ਉਦੋਂ ਮੌਖਿਕ ਗੱਲਬਾਤ ਦੇ ਵਿੱਚ ਸਭ ਤੋਂ ਪਹਿਲਾਂ ਬੱਚੇ ਨੂੰ ਪ੍ਰੇਰਿਤ ਕੀਤਾ ਜਾਵੇਗਾ। ਦੂਸਰੀ ਗੱਲ, ਉਸ ਦੇ ਪੂਰਵ ਗਿਆਨ ਨੂੰ ਚੈੱਕ ਕੀਤਾ ਜਾਵੇਗਾ ਕਿ ਉਹ ਇਸ ਵਿਸ਼ੇ ਦੇ ਸੰਬੰਧਿਤ ਪੂਰਵ ਗਿਆਨ ਕਿੰਨਾ ਕੁ ਰੱਖਦਾ ਹੈ। ਉਸ ਤੋਂ ਬਾਅਦ ਉਸ ਨੂੰ ਉਸ ਦੇ ਪੂਰਵ ਗਿਆਨ ਨੂੰ ਨਵੇਂ ਗਿਆਨ ਨਾਲ ਜੋੜਿਆ ਜਾਵੇਗਾ। ਆਦਰਸ਼ ਪਾਠ ਦਾ ਮਤਲਬ ਹੈ ਕਿ ਇੱਥੇ ਬੱਚੇ ਨੂੰ ਆਪਾਂ ਨਵਾਂ ਗਿਆਨ ਪ੍ਰਦਾਨ ਕਰਨਾ ਹੈ। ਆਦਰਸ਼ ਪਾਠ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ। ਸੂਖਮ ਵਾਚਨ ਦੇ ਵਿੱਚ 2 ਤਰ੍ਹਾਂ ਦੇ ਪਾਠ ਹੁੰਦੇ ਆ ਜੀ। ਕਿਹੜੇ? ਇੱਕ ਆਦਰਸ਼ ਪਾਠ ਹੁੰਦਾ, ਇੱਕ ਅਨੁਕਰਣ ਪਾਠ ਹੁੰਦਾ ਹੈ ਨਾ, ਜਿਹਨੂੰ ਆਪਾਂ ਕਹਿ ਦਿੰਦੇ ਆ ਉੱਚੀ ਪਾਠ, ਹੈ ਨਾ। ਸੂਖਮ ਵਾਚਨ ਦੇ ਵਿੱਚ ਆਪਾਂ 2 ਪੜ੍ਹੇ ਸੀ, ਇੱਕ ਉੱਚੀ ਪਾਠ ਅਤੇ ਇੱਕ ਮੌਨ ਪਾਠ। ਸੋ ਉੱਚੀ ਪਾਠ ਦੀ ਪ੍ਰਕਿਰਿਆ ਦਾ ਸੰਬੰਧ ਹੈਗਾ ਜਿਹੜਾ ਉਹ ਸਾਡੀ ਸ਼੍ਰੇਣੀ ਦੇ ਵਿੱਚ ਜਦੋਂ ਆਪਾਂ ਸੂਖਮ ਵਾਚਨ ਕਰਦੇ ਹਾਂ ਉਹਦੇ ਨਾਲ। ਸੋ ਇਹਦੇ ਵਿੱਚ ਕੀ ਹੈ, ਆਦਰਸ਼ ਪਾਠ ਦਾ ਮਤਲਬ ਹੈ ਕਿ ਬੱਚੇ ਨੂੰ ਨਵਾਂ ਗਿਆਨ ਪ੍ਰਦਾਨ ਕਰਨਾ ਹੈ। ਇੱਥੇ ਅਧਿਆਪਕ ਕੀ ਕਰੇਗਾ? ਇੱਥੇ ਅਧਿਆਪਕ ਪਾਠ ਵਸਤੂ ਜਿਹੜੀ ਨਾਲ ਸੰਬੰਧਿਤ ਜਿਹੜੀ ਪਾਠ ਪੁਸਤਕ ਹੈ ਉਸ ਦੇ ਵਿੱਚੋਂ ਕੀ ਹੈ ਕਿ ਉਹ ਮਤਲਬ ਕੀ ਹੈ, ਜਿਹੜਾ ਪੜ੍ਹਨ ਦੀ ਜਿਹੜੀ ਪ੍ਰਕਿਰਿਆ ਹੈ, ਜਿਹੜੀ ਵਾਚਣ ਦੀ ਜਿਹੜੀ ਪ੍ਰਕਿਰਿਆ ਹੈ, ਉਸ ਨੂੰ ਉੱਚੀ ਆਵਾਜ਼ ਦੇ ਵਿੱਚ ਸ਼ੁੱਧ ਅਤੇ ਸਪਸ਼ਟ ਅਤੇ ਸਰਲ ਸ਼ਬਦਾਂ ਦੇ ਵਿੱਚ ਆਪਣੇ ਵਿਰਾਮ ਚਿੰਨ੍ਹਾਂ ਦੀ ਵਰਤੋਂ ਕਰਦੇ ਹੋਏ, ਵਿਰਾਮ ਚਿੰਨ੍ਹਾਂ ਦੀ ਪੂਰੀ ਵਰਤੋਂ, ਬਲ, ਠਹਿਰਾਓ, ਇਹਨਾਂ ਜਿਹੜੇ ਵਿਆਕਰਣ ਨਿਯਮ ਹਨ, ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਧਿਆਪਕ ਵਾਚਨ ਕਰੇਗਾ। ਉਹਨੂੰ ਕਿਹਾ ਜਾਂਦਾ ਹੈ ਆਦਰਸ਼ ਪਾਠ। ਉਸ ਤੋਂ ਬਾਅਦ ਦੇਖੋ ਜੀ ਬੱਚੇ ਹੁਣ ਕੀ ਹੈ ਕਿ ਜਿਹੜਾ ਆਦਰਸ਼ ਪਾਠ ਹੈ, ਜਿਹੜਾ ਇਹ ਨਵਾਂ ਗਿਆਨ ਹੈ, ਇਹ ਬੱਚਿਆਂ ਤੱਕ ਪਹੁੰਚਿਆ, ਕਿੰਨਾ ਕੁ ਪਹੁੰਚਿਆ, ਉਹਦੇ ਵਾਸਤੇ ਅਧਿਆਪਕ ਕੀ ਕਰੇਗਾ, ਬੱਚਿਆਂ ਤੋਂ ਅਨੁਕਰਣ ਪਾਠ ਕਰਵਾਏਗਾ। ਅਨੁਕਰਣ ਪਾਠ ਜਦੋਂ ਬੱਚਾ ਕਰੇਗਾ, ਕੋਈ ਇੱਕ ਬੱਚੇ ਨੂੰ ਖੜਾ ਕਰ ਲਿਆ, ਫਿਰ ਇੱਕ ਹੋਰ ਬੱਚੇ ਨੂੰ, ਇਸ ਤਰ੍ਹਾਂ ਕਰਕੇ ਜਦੋਂ ਬੱਚੇ ਉਸੇ ਪਾਠ ਨੂੰ ਅਧਿਆਪਕ ਵੱਲੋਂ ਜਿਹੜਾ ਪੜ੍ਹਾਇਆ ਗਿਆ ਪਾਠ ਹੈ ਉਸ ਨੂੰ ਅਨੁਕਰਣ ਪਾਠ ਦੇ ਰੂਪ ਵਿੱਚ ਦੁਹਰਾਉਣਗੇ, ਤਾਂ ਉਦੋਂ ਕੀ ਹੈ, ਇਹ ਗੱਲ ਓਬਵੀਅਸਲੀ ਪੱਕੀ ਗੱਲ ਹੈ ਕਿ ਬੱਚਾ ਜਿਹੜਾ ਉਹ ਗਲਤੀਆਂ ਕਰੇਗਾ। ਇੱਥੇ ਕੀ ਹੋਵੇਗਾ, ਅਨੁਕਰਣ ਪਾਠ ਦੇ ਵਿੱਚ ਅਧਿਆਪਕ ਬੱਚੇ ਦੀਆਂ ਗਲਤੀਆਂ ਨੂੰ ਨੋਟ ਕਰੇਗਾ। ਗਲਤੀਆਂ ਨੂੰ ਕਰ ਲਿਆ ਜੀ ਨੋਟ। ਜਦੋਂ ਬੱਚਾ ਅਨੁਕਰਣ ਪਾਠ ਜਦੋਂ ਬੱਚੇ ਨੇ ਕਰ ਲਿਆ ਪੂਰਾ, ਤੇ ਉਦੋਂ ਇਸ ਗਲਤੀਆਂ ਨੂੰ ਡਰਿਲ ਵਿਧੀ ਦੀ ਵਰਤੋਂ ਨਾਲ, ਡਰਿਲ ਵਿਧੀ ਜਿਹੜੀ ਦੁਹਰਾਈ ਵਿਧੀ ਆਪਾਂ ਜਿਹਨੂੰ ਕਹਿ ਦਿੰਦੇ ਆ, ਉਹਦੀ ਵਰਤੋਂ ਨਾਲ ਗਲਤੀਆਂ ਨੂੰ ਸੁਧਾਰ ਦੇਵੇਗਾ। ਹੁਣ ਅੱਗੇ ਕੀ ਹੈ, 4 ਨੰਬਰ ਤੇ ਕੀ 4 ਨੰਬਰ ਦਾ ਕੰਮ ਕੀ ਹੈ, ਅਧਿਆਪਕ ਕੀ ਹੈ ਕਿ ਜਦੋਂ ਅਨੁਕਰਣ ਪਾਠ ਬੱਚਾ ਕਰੇਗਾ ਉਦੋਂ ਨਾਲ ਕੁਝ ਸ਼ਬਦਾਂ, ਵਾਕੰਸ਼ਾਂ ਤੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤਣਾ ਇਹ ਬੱਚੇ ਨੂੰ ਸਿਖਾਵੇਗਾ। ਕੁਝ ਸ਼ਬਦਾਂ ਨੂੰ, ਵਾਕੰਸ਼ਾਂ ਨੂੰ ਅਤੇ ਮੁਹਾਵਰਿਆਂ ਨੂੰ ਵਾਕਾਂ ਦੇ ਵਿੱਚ ਵਰਤਣਾ ਸਿਖਾਵੇਗਾ। ਉਸ ਤੋਂ ਬਾਅਦ ਦੇਵੇਗਾ ਲੋੜ ਅਨੁਸਾਰ, ਅਗਰ ਤਾਂ ਦੇਖੋ ਜੀ ਜਿਹੜਾ ਪਾਠ ਪੜ੍ਹਾਇਆ ਹੈ ਉਹਦੇ ਵਿੱਚ ਅਧਿਆਪਕ ਨੂੰ ਜੇਕਰ ਲੱਗੇ ਕਿ ਵਿਆਕਰਣ ਦਾ ਕੰਮ ਬੱਚੇ ਨੂੰ ਕਿਤੇ ਨਾ ਕਿਤੇ ਦੇਣਾ ਚਾਹੀਦਾ, ਤਾਂ ਉਦੋਂ ਵਿਆਕਰਣ ਦਾ ਜਿਹੜਾ ਕੰਮ ਹੈ ਉਹਦੇ ਨਾਲ ਸੰਬੰਧਿਤ
ਜੋ ਵੀ ਕੁਝ ਹੈ ਉਸ ਦੇ ਨਿਯਮ ਅਤੇ ਉਦਾਹਰਣ, ਇਹ ਸਾਰੀਆਂ ਗੱਲਾਂ ਅਧਿਆਪਕ ਬੱਚਿਆਂ ਨਾਲ ਸਾਂਝੀਆਂ ਕਰੇਗਾ, ਬੱਚਿਆਂ ਨੂੰ ਦੱਸੇਗਾ। ਜੇ ਮੰਨ ਲਓ ਲੱਗੇ ਅਧਿਆਪਕ ਨੂੰ ਕਿ ਇਹਦੇ ਵਿੱਚ ਵਿਆਕਰਣ ਦੀ ਕੋਈ ਜ਼ਰੂਰਤ ਨਹੀਂ ਹੈ ਤਾਂ ਅਧਿਆਪਕ ਉਸ ਨੂੰ ਨਹੀਂ ਪੜ੍ਹਾਏਗਾ। ਸੋ ਇਹ ਅਧਿਆਪਕ 'ਤੇ ਡਿਪੈਂਡ ਕਰਦੀ ਹੈ ਗੱਲ, ਵਿਆਕਰਣ ਦਾ ਕੰਮ ਹੈ ਜਿਹੜਾ, ਕਿਉਂਕਿ ਵਿਆਕਰਣ ਨੂੰ ਬੱਚੇ ਦੇ ਉੱਪਰ ਥੋਪਿਆ ਨਹੀਂ ਜਾ ਸਕਦਾ। ਇਸ ਕਰਕੇ ਲੋੜ ਅਨੁਸਾਰ ਦਾ ਮਤਲਬ ਹੈ ਕਿ ਥੋਪਣਾ ਨਹੀਂ ਹੈ, ਲੋੜ ਹੈ, ਅਗਰ ਲੱਗੇ ਵੀ ਲੋੜ ਹੈ ਤਾਂ ਪੜ੍ਹਾ ਦੇਣਾ ਹੈ ਵਿਆਕਰਣ ਨਾਲ ਨਾਲ। ਉਸ ਤੋਂ ਬਾਅਦ ਹੈ ਜੀ ਪਾਠ ਦੀ ਦੁਹਰਾਈ। ਸੋ ਇੱਥੇ ਕੀ ਹੈ ਕਿ ਜਿਹੜਾ ਫੀਡਬੈਕ ਹੈ ਬੱਚਿਆਂ ਤੋਂ ਲੈਣਾ ਹੈ। ਪਾਠ ਦੀ ਦੁਹਰਾਈ ਇੱਥੇ ਅਧਿਆਪਕ ਕਰੇਗਾ, ਪ੍ਰਸ਼ਨ ਉੱਤਰ ਵਿਧੀ ਦੀ ਵਰਤੋਂ ਕਰੇਗਾ, ਵਿਦਿਆਰਥੀਆਂ ਦੇ ਨਾਲ ਸੰਵਾਦ ਕਰਦੇ ਹੋਏ ਜਦੋਂ ਪਾਠ ਦੀ ਦੁਹਰਾਈ ਕੀਤੀ ਜਾਵੇਗੀ ਉਦੋਂ ਨਾਲ ਨਾਲ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛ ਕੇ ਅਧਿਆਪਕ ਪਾਠ ਦੀ ਸਫਲਤਾ ਦਾ ਨਿਰਧਾਰਨ ਕਰ ਸਕਦਾ ਹੈ ਕਿ ਪਾਠ ਕਿੰਨਾ ਕੁ ਸਫਲ ਹੋਇਆ। ਇਸ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ। ਇਹ ਕਦੋਂ? ਜਦੋਂ ਪਾਠ ਦੀ ਦੁਹਰਾਈ ਦੀ ਕਿਰਿਆ ਕਰੇਗਾ। ਇਹ ਹੈ ਜੀ ਸਾਡਾ ਸੂਖਮ ਵਾਚਨ। ਹਾਂਜੀ, ਹੁਣ ਆਪਾਂ ਦੇਖਦੇ ਹਾਂ ਜੀ ਜਿਹੜਾ ਸਾਡਾ ਸੂਖਮ ਵਾਚਨ ਹੈ ਉਹ ਹੈਗਾ ਜੀ ਦੋ ਪ੍ਰਕਾਰ ਦਾ। ਇੱਕ ਤਾਂ ਹੈਗਾ ਉੱਚੀ ਪਾਠ ਅਤੇ ਇੱਕ ਹੈਗਾ ਜੀ ਮੌਨ ਪਾਠ। ਉੱਚੀ ਪਾਠ ਦੀਆਂ ਵੀ ਅੱਗੇ ਦੋ ਕਿਸਮਾਂ, ਇੱਕ ਹੈਗਾ ਜੀ ਵਿਅਕਤੀਗਤ ਪਾਠ ਅਤੇ ਇੱਕ ਸਮੂਹਿਕ ਪਾਠ। ਸੋ ਉੱਚੀ ਆਵਾਜ਼ ਨਾਲ, ਉੱਚੀ ਪਾਠ ਦਾ ਮਤਲਬ ਕੀ ਹੈ ਕਿ ਉੱਚੀ ਆਵਾਜ਼ ਨਾਲ ਜਾਂ ਉੱਚੀ ਸਵਰਾਂ ਦਾ ਉਚਾਰਨ ਕਰਨਾ, ਉਹਨੂੰ ਕਿਹਾ ਜਾਂਦਾ ਉੱਚੀ ਪਾਠ। ਪਰਿਭਾਸ਼ਾ ਰੱਖਿਓ ਜੀ ਧਿਆਨ ਦੇ ਵਿੱਚ। ਉੱਚੀ ਪਾਠ ਜਦੋਂ ਕਰਦਾ ਹੈ ਨਾ ਵਿਦਿਆਰਥੀ ਜਾਂ ਕੋਈ ਵੀ, ਜਦੋਂ ਇੱਕ ਸਿਖਿਆਰਥੀ ਉੱਚੀ ਪਾਠ ਕਰਦਾ ਹੈ ਤਾਂ 4 ਪ੍ਰਤੀਕਿਰਿਆਵਾਂ ਕਰਦਾ ਹੈ ਜੀ। ਉਹ 4 ਪ੍ਰਤੀਕਿਰਿਆ ਉਸ ਨੂੰ ਦੇਣੀਆਂ ਪੈਂਦੀਆਂ ਨੇ। 4 ਕਿਰਿਆਵਾਂ ਕਰਦਾ ਉਹ। ਕਿਹੜੀਆਂ ਕਿਹੜੀਆਂ? ਉੱਚੀ ਪਾਠ ਕਰਨ ਦੇ ਵਿੱਚ ਸਭ ਤੋਂ ਪਹਿਲੀ ਕਿਰਿਆ ਹੈ, ਹੁਣ ਇਹਨਾਂ ਦਾ ਚਾਰਾਂ ਦਾ ਸਭ ਤੋਂ ਪਹਿਲਾਂ ਤਾਂ ਕ੍ਰਮ ਧਿਆਨ ਦੇ ਵਿੱਚ ਰੱਖਿਓ ਜੀ, ਠੀਕ ਹੈ। ਆਹ ਲਓ ਜੀ ਕ੍ਰਮ ਇਹਦਾ, ਦੇਖੋ ਜੀ ਕਿਹੜਾ ਕਿਹੜਾ। ਸਭ ਤੋਂ ਪਹਿਲਾ ਕ੍ਰਮ, ਸਭ ਤੋਂ ਪਹਿਲੀ ਗੱਲ, ਲਿਪੀਬੱਧ ਅੱਖਰਾਂ ਨੂੰ ਵੇਖਣਾ। ਸਭ ਤੋਂ ਪਹਿਲਾਂ ਤਾਂ ਅੱਖਾਂ ਦੇ ਨਾਲ ਜੋ ਲਿਪੀਬੱਧ ਅੱਖਰ ਹਨ, ਅੱਖਰ ਉਹਨਾਂ ਨੂੰ ਦੇਖਦਾ ਹੈ ਜੀ, ਲਿਪੀਬੱਧ ਅੱਖਰਾਂ ਨੂੰ। ਕਿਉਂ? ਕਿਉਂਕਿ ਉੱਚੀ ਪਾਠ ਦਾ ਸੰਬੰਧ ਹੈਗਾ ਜਿਹੜਾ ਉਹ ਪ੍ਰਾਰੰਭਿਕ ਸ਼੍ਰੇਣੀਆਂ ਦੇ ਨਾਲ ਹੈ। ਅਜੇ ਬੱਚੇ ਦਾ ਇੰਨਾ ਅਭਿਆਸ ਨਹੀਂ ਹੋਇਆ ਕਿ ਉਹ ਮੌਨ ਪਾਠ ਕਰ ਸਕੇ। ਜਦੋਂ ਉਹ ਮੌਨ ਪਾਠ ਕਰੇਗਾ ਤਾਂ ਉਦੋਂ ਬੱਚਾ ਅੱਖਰਾਂ ਨੂੰ ਦੇਖਣ ਦੀ, ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ। ਉਦੋਂ ਤਾਂ ਕੀ ਹੈ ਕਿ ਉਦੋਂ ਜਦੋਂ ਇੱਕ ਸ਼ਬਦ ਦੇ ਉੱਪਰ ਸਭ ਤੋਂ ਪਹਿਲਾਂ ਇੱਕ ਕਿਰਿਆ ਹੋ ਜਾਂਦੀ ਹੈ, ਉਹ ਸ਼ਬਦ ਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਹਨ ਉਹ ਆਪਣੇ ਆਪ ਨਿਗਾਹ ਦੇ ਵਿੱਚ ਆਉਂਦੇ ਰਹਿੰਦੇ ਨੇ। ਅਤੇ ਮੌਨ ਪਾਠ ਦੇ ਵਿੱਚ ਸਪੀਡ ਬਹੁਤ ਹੁੰਦੀ ਹੈ ਪੜ੍ਹਨ ਦੀ, ਪਰ ਉੱਚੀ ਪਾਠ ਦੇ ਵਿੱਚ ਐਸਾ ਨਹੀਂ ਹੈ। ਜਦੋਂ ਇੱਕ ਬੱਚਾ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਜਦੋਂ ਪੜ੍ਹਨਾ ਸਿੱਖਦਾ ਹੈ, ਜਦੋਂ ਵਾਚਨ ਕਰਨਾ ਸਿੱਖਦਾ ਹੈ, ਉਦੋਂ ਕੀ ਹੁੰਦਾ? ਸਭ ਤੋਂ ਪਹਿਲਾਂ ਉਹ ਲਿਪੀਬੱਧ ਅੱਖਰਾਂ ਨੂੰ ਵੇਖਦਾ ਹੈ। ਦੂਸਰੀ ਗੱਲ, ਅੱਖਰਾਂ ਨੂੰ ਪਛਾਣਦਾ ਹੈ। ਦੇਖੋ ਜੀ ਬੱਚੇ ਨੇ ਅਗਰ ਜਿਹੜੀ ਸਾਡੀ 35 ਜਿਹੜੀ ਹੈਗੀ ਆ ਉਹਨੇ ਜਦ ਜੇਕਰ ਪੜ੍ਹੀ ਹੋਈ ਹੈ ਵਰਨਮਾਲਾ, ਜਿਹੜੀ ਵਰਨ ਪੱਟੀ ਹੈ, ਤਾਂ ਉਦੋਂ ਉਹ ਅੱਖਰਾਂ ਨੂੰ ਪਛਾਣਨਾ ਸਿੱਖ ਗਿਆ ਹੈ ਨਾ। ਉਦੋਂ ਕੀ ਹੋਵੇਗਾ? ਸਭ ਤੋਂ ਪਹਿਲਾਂ ਅੱਖਰ ਨੂੰ ਵੇਖਿਆ, ਮੰਨ ਲਓ ਉਹਨੇ ਆਹ ਹੀ ਸ਼ਬਦ ਵੇਖਣਾ ਸ਼ਬਦ ਹੀ ਪੜ੍ਹਨਾ ਸੀਗਾ, ਉਹਨੇ ਸਭ ਤੋਂ ਪਹਿਲਾਂ ਕੀ ਹੈ? ਲਿਪੀਬੱਧ ਅੱਖਰ ਨੂੰ ਵੇਖਦਾ ਹੈ। ਸਭ ਤੋਂ ਪਹਿਲਾਂ ਉਹਨੇ ਵਾਵੇ ਅੱਖਰ ਨੂੰ ਵੇਖਣਾ ਹੈ। ਵਾਵੇ ਅੱਖਰ ਨੂੰ ਵੇਖ ਕੇ ਉਹਨੂੰ ਅੱਖਰ ਨੂੰ ਪਛਾਣਨਾ ਹੈ ਵੀ ਅੱਛਾ ਇਹ ਵਾਵਾ ਅੱਖਰ ਹੈ। ਫਿਰ ਸ਼ਬਦ ਨੂੰ ਸਮਝੇਗਾ, ਫਿਰ ਉਹਨੇ ਵਾਵੇ ਨੂੰ ਵੀ ਵੇਖ ਲਿਆ, ਖੱਖੇ ਨੂੰ ਵੀ ਵੇਖ ਲਿਆ, ਅਣਾਣੇ ਨੂੰ ਵੀ ਵੇਖ ਲਿਆ। ਇਹਨਾਂ ਤਿੰਨਾਂ ਸ਼ਬਦ ਅੱਖਰਾਂ ਨੂੰ ਜਦੋਂ ਵੇਖ ਲਿਆ, ਇਹਨਾਂ ਤਿੰਨਾਂ ਦਾ ਬਣ ਗਿਆ ਜੀ ਇੱਕ ਸ਼ਬਦ। ਇੱਥੇ ਅੱਖਰਾਂ ਨੂੰ ਪਛਾਣ ਕੇ ਤੀਜੀ ਕਿਰਿਆ ਦੇ ਵਿੱਚ ਸ਼ਬਦਾਂ ਨੂੰ ਉਸ ਸ਼ਬਦ ਨੂੰ ਸਮਝੇਗਾ। ਸ਼ਬਦ ਨੂੰ ਸਮਝੇਗਾ ਕਿਵੇਂ? ਕਿ ਵੇਖਣਾ। ਇਹ ਕੀ ਹੈ ਜੀ? ਵੇਖਣਾ ਸ਼ਬਦ ਹੈ। ਇਹਦਾ ਮਤਲਬ ਕੀ ਹੈ? ਉਹ ਕਿ ਸ਼ਬਦ ਨੂੰ ਸਮਝ ਗਿਆ ਕਿ ਸ਼ਬਦ ਹੈ ਜਿਹੜਾ ਉਹਦਾ ਨਾਮ ਕੀ ਹੈ? ਵੇਖਣਾ। ਸ਼ਬਦ ਕੀ ਲਿਖਿਆ ਹੋਇਆ? ਵੇਖਣਾ। ਉਹਨੂੰ ਕਿਹਾ ਜਾਂਦਾ ਸ਼ਬਦ ਨੂੰ ਸਮਝਣਾ। ਸ਼ਬਦਾਂ ਨੂੰ ਸਮਝ ਗਿਆ, ਫਿਰ ਉਹ ਨਾਲ ਕਰੇਗਾ ਉਚਾਰਨ ਅਤੇ ਨਾਲ ਹੀ ਕਰੇਗਾ ਉਸ ਦਾ ਅਰਥ ਗ੍ਰਹਿਣ। ਇਹ ਦੋਨੋਂ ਕਿਰਿਆਵਾਂ 4 ਨੰਬਰ ਦੀ ਜਿਹੜੀ ਪ੍ਰਤੀਕਿਰਿਆ ਹੈ ਉਹਦੇ ਵਿੱਚ ਹੋਣਗੀਆਂ। ਜਦੋਂ ਉਹਨੇ ਸ਼ਬਦ ਨੂੰ ਸਮਝ ਲਿਆ, ਫਿਰ ਉਹ ਇਸ ਦਾ ਪੂਰੇ ਸ਼ਬਦ ਦਾ ਕਰੇਗਾ ਉਚਾਰਨ ਅਤੇ ਨਾਲ ਹੀ ਨਾਲ ਵੇਖਣਾ ਸ਼ਬਦ ਦਾ ਅਰਥ ਗ੍ਰਹਿਣ ਕਰੇਗਾ। ਇਹਨੂੰ ਕਿਹਾ ਜਾਂਦਾ ਹੈ ਜੀ ਉੱਚੀ ਪਾਠ ਦੀਆਂ 4 ਪ੍ਰਤੀਕਿਰਿਆਵਾਂ। ਧਿਆਨ ਰੱਖਿਓ, ਬਹੁਤ ਇੰਪੋਰਟੈਂਟ ਹੈ ਇਹ ਗੱਲ।
ਇਵੇਂ ਦੀਆਂ ਗੱਲਾਂ ਬਹੁਤ ਪੁੱਛੀਆਂ ਜਾਂਦੀਆਂ ਐਗਜ਼ਾਮ ਦੇ ਵਿੱਚ। ਕਿਹੜੀਆਂ 4 ਪ੍ਰਤੀਕਿਰਿਆਵਾਂ? ਸਭ ਤੋਂ ਪਹਿਲਾਂ ਲਿਪੀਬੱਧ ਅੱਖਰਾਂ ਨੂੰ ਵੇਖੇਗਾ, ਫਿਰ ਅੱਖਰ ਨੂੰ ਪਛਾਣੇਗਾ, ਫਿਰ ਸ਼ਬਦਾਂ ਨੂੰ ਸਮਝੇਗਾ, ਫਿਰ ਉਚਾਰਨ ਕਰੇਗਾ ਅਤੇ ਨਾਲ ਨਾਲ ਅਰਥ ਗ੍ਰਹਿਣ ਕਰੇਗਾ। ਉਸ ਤੋਂ ਬਾਅਦ ਦੇਖੋ ਜੀ ਉੱਚੀ ਪਾਠ ਦੀ ਮਹੱਤਤਾ ਕੀ ਹੈ। ਸਭ ਤੋਂ ਵੱਡੀ ਮਹੱਤਤਾ ਪਤਾ ਕੀ ਹੈ ਉੱਚੀ ਪਾਠ ਦੀ? ਆਰੰਭਿਕ ਸ਼੍ਰੇਣੀਆਂ ਦੇ ਵਿੱਚ ਜਦੋਂ ਬੱਚਾ ਕਵਿਤਾ ਨੂੰ ਪੜ੍ਹਦਾ ਹੈ ਤਾਂ ਉਹ ਉੱਚੀ ਪਾਠ ਕਰਕੇ ਹੀ ਪੜ੍ਹਦਾ ਹੈ। ਬੱਚੇ ਨੂੰ ਕਵਿਤਾ ਦਾ ਮਜ਼ਾ ਨਹੀਂ ਆਵੇਗਾ ਜੇਕਰ ਤੁਸੀਂ ਬੱਚੇ ਨੂੰ ਕਹੋ ਕਿ ਚੱਲ ਵੀ ਚੁੱਪ ਕਰਕੇ ਪੜ੍ਹਦਾ। ਬੱਚਾ ਪੜ੍ਹ ਹੀ ਨਹੀਂ ਸਕਦਾ। ਕਿਉਂਕਿ ਪਹਿਲੀ ਗੱਲ ਤਾਂ ਉਹਦਾ ਉੱਚੀ ਮੌਨ ਪਾਠ ਕਰਨ ਦਾ ਅਭਿਆਸ ਨਹੀਂ ਹੈਗਾ, ਅਤੇ ਦੂਜਾ ਮੌਨ ਪਾਠ ਦੇ ਵਿੱਚ ਉਹ ਕਵਿਤਾ ਦਾ ਰਸ ਗ੍ਰਹਿਣ ਨਹੀਂ ਕਰ ਸਕੇਗਾ। ਉਸ ਦਾ ਆਨੰਦ ਕਿਵੇਂ ਬੱਚੇ ਨੂੰ ਆਵੇਗਾ? ਜਦੋਂ ਬੱਚਾ ਕਵਿਤਾ ਨੂੰ, ਖਾਸ ਕਰਕੇ ਕਵਿਤਾ ਨੂੰ, ਬਾਲ ਗੀਤ ਨੂੰ ਉੱਚੀ ਰੂਪ ਦੇ ਵਿੱਚ ਉੱਚੀ ਪੜ੍ਹੇਗਾ, ਉੱਚੀ ਬੋਲ ਕੇ ਪੜ੍ਹੇਗਾ। ਸੋ ਉੱਚੀ ਪਾਠ ਦੇ ਵਿੱਚ ਕੀ ਹੁੰਦਾ ਜੀ? ਅੱਖਾਂ ਅਤੇ ਹੱਥ ਦੋਨੋਂ ਕੰਮ ਕਰਦੇ ਹਨ। ਮੌਨ ਪਾਠ ਦੇ ਵਿੱਚ ਅੱਖਾਂ ਅਤੇ ਦਿਮਾਗ ਦੋਨੋਂ ਕੰਮ ਕਰਦੇ ਹਨ। ਉੱਚੀ ਪਾਠ ਦੇ ਵਿੱਚ ਅੱਖਾਂ ਅਤੇ ਹੱਥ ਕਿਵੇਂ ਕੰਮ ਕਰਦੇ ਹਨ? ਉੱਚੀ ਪਾਠ ਦੇ ਵਿੱਚ ਮਤਲਬ ਕੀ ਹੈ ਕਿ ਨਾਲ ਨਾਲ ਉਸ ਦਾ ਮਤਲਬ ਕਿ ਹਾਵ ਭਾਵ ਜਿਹੜੇ ਕੀਤੇ ਜਾਂਦੇ ਹਨ, ਉਹਨਾਂ ਕਰਕੇ ਅੱਖਾਂ ਅਤੇ ਹੱਥ ਉਚਾਰਨ ਵਿੱਚ ਸੋਧਿਆ ਜਾਂਦਾ। ਉਚਾਰਨ ਦੇ ਵਿੱਚ ਜੇਕਰ ਤੁਹਾਡੇ ਦੇ ਵਿੱਚ ਤੁਸੀਂ ਆਪਣੇ ਉਚਾਰਨ ਨੂੰ ਜੇਕਰ ਸ਼ੁੱਧ ਬਣਾਉਣਾ ਹੈ ਤਾਂ ਤੁਹਾਨੂੰ ਉੱਚੀ ਪਾਠ ਕਰਨ ਦੀ ਜ਼ਰੂਰਤ ਹੈ, ਉੱਚੀ ਪੜ੍ਹਨ ਦੀ ਜ਼ਰੂਰਤ ਹੈ। ਕਥਨ ਸ਼ਕਤੀ ਨੂੰ ਜੇਕਰ ਤੁਸੀਂ ਤੇਜ਼ ਕਰਨਾ ਹੈ ਤਾਂ ਉਹ ਕਿਹਦੇ ਨਾਲ ਹੋਵੇਗਾ? ਉੱਚੀ ਪੜ੍ਹਨ ਦੇ ਨਾਲ ਹੋਵੇਗਾ। ਸੰਗ ਦੂਰ ਹੁੰਦੀ ਹੈ ਜੀ ਇਹਦੇ ਨਾਲ। ਸ਼ੰਕਾ ਜਿਹੜੀ ਸਾਡੀ ਦੂਰ ਹੋ ਜਾਂਦੀ ਹੈ ਜਦੋਂ ਆਪਾਂ ਉੱਚੀ ਪਾਠ ਪੜ੍ਹਦੇ ਹਾਂ, ਉੱਚੀ ਪੜ੍ਹਦੇ ਹਾਂ। ਬਹੁਤ ਸਾਰੇ ਵਿਦਿਆਰਥੀ ਹੈ ਜਿਹੜੇ ਉਹ ਅੰਤਰਮੁਖੀ ਹੋਣ ਦਾ ਕਾਰਨ ਕੀ ਹੈ ਉਹਨਾਂ ਦਾ? ਅੰਤਰਮੁਖੀ ਤੋਂ ਭਾਵ ਕਿ ਉਹ ਇੰਨੀ ਸੰਗ ਸ਼ਰਮ ਕਿਉਂ ਕਰਦੇ ਨੇ? ਕਿਉਂਕਿ ਉਹ ਉੱਚੀ ਵਾਚਨ ਤੋਂ ਦੂਰ ਨੇ। ਇਸ ਕਰਕੇ ਤੁਸੀਂ ਭਵਿੱਖ ਦੇ ਅਧਿਆਪਕ ਹੋ। ਜੇਕਰ ਤੁਹਾਨੂੰ ਕੋਈ ਬੱਚਾ ਐਸਾ ਮਿਲੇ, ਉਸ ਦੀ ਸੰਗ ਦੂਰ ਕਰਨ ਵਾਸਤੇ ਤੁਸੀਂ ਉਸ ਨੂੰ ਉੱਚੀ ਪਾਠ ਕਰਨ ਲਈ ਜ਼ਰੂਰ ਪ੍ਰੇਰਿਤ ਕਰਿਓ। ਕਿਉਂਕਿ ਦੇਖੋ ਜੀ ਜ਼ਿੰਦਗੀ ਦੇ ਵਿੱਚ ਸਾਰੀਆਂ ਗੱਲਾਂ ਪ੍ਰਵਾਨ ਹੋ ਜਾਂਦੀਆਂ ਨੇ, ਪਰ ਜਿਹੜਾ ਬੰਦਾ ਨਾ ਸੰਗ ਵਾਲਾ, ਜਿਹੜਾ ਬੰਦਾ ਸੰਗਾਊ ਹੈ ਨਾ, ਸੰਗਾਊ ਪ੍ਰਵਰਤੀ ਵਾਲਾ ਬੰਦਾ ਹੈ ਜਿਹੜਾ, ਇਹ ਬੰਦਾ ਐਕਸੈਪਟ ਨਹੀਂ ਕੀਤਾ ਜਾਂਦਾ ਅੱਜ ਦੇ ਸਮੇਂ ਦੇ ਵਿੱਚ। ਬੰਦਾ ਬੜਬੋਲਾ ਹੋਣਾ ਚਾਹੀਦਾ, ਮੂੰਹ ਫੱਟ ਹੋਣਾ ਚਾਹੀਦਾ, ਜ਼ਰੂਰੀ ਹੋ ਗਿਆ ਕਿਤੇ ਨਾ ਕਿਤੇ। ਬਾਕੀ ਕੁੜੀਆਂ ਤਾਂ ਜ਼ਿਆਦਾ ਹੀ ਹੁੰਦੀਆਂ ਮੂੰਹ ਫੱਟ। ਅੱਗੇ ਵੇਖੋ ਜੀ ਸਵੈ ਵਿਸ਼ਵਾਸ ਵਿੱਚ ਵਾਧਾ। ਇਹ ਕੋਈ ਨਿੰਦਿਆ ਨਹੀਂ ਕਰ ਰਿਹਾ ਮੈਂ, ਸੱਚਾਈ ਹੈ। ਸੋ ਹੋਣਾ ਵੀ ਚਾਹੀਦਾ। ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਜਿਹੜੀ ਵੱਧ ਤੋਂ ਵੱਧ ਆਪਣੇ ਦੇ ਵਿੱਚ ਸਮਰੱਥਾ ਹੋਣੀ ਚਾਹੀਦੀ ਹੈ, ਐਬਿਲਿਟੀ ਹੋਣੀ ਚਾਹੀਦੀ ਹੈ। ਸਵੈ ਵਿਸ਼ਵਾਸ ਦੇ ਵਿੱਚ ਵਾਧਾ ਜੇਕਰ ਕਰਨਾ ਹੈ ਤਾਂ ਉਹਦੇ ਵਾਸਤੇ ਉੱਚੀ ਪਾਠ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਦੇਖੋ ਜੀ ਸਵਰ ਯੰਤਰ ਅਤੇ ਤੰਤੂ ਜਿਹੜੇ ਵੋਕਲ ਕਾਰਡਸ ਨੇ, ਜੇਕਰ ਉਹਨਾਂ ਦਾ ਵਿਕਾਸ ਕਰਨਾ ਹੈ ਤਾਂ ਉਹਦੇ ਵਾਸਤੇ ਉੱਚੀ ਪਾਠ ਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ। ਇਹ ਆ ਜੀ ਸਾਡਾ ਉੱਚੀ ਪਾਠ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਸਾਡੇ ਮੌਨ ਪਾਠ ਦੀ ਜਾਂ ਮੌਨ ਵਾਚਨ ਦੀ, ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਸੋ ਮੌਨ ਵਾਚਨ ਦੇ ਵਿੱਚ ਦੇਖੋ ਜੀ, ਹੁਣ ਮੌਨ ਵਾਚਨ ਹੈ ਜਿਹੜਾ ਇਹ ਪਰਿਪੱਕ ਅਵਸਥਾ ਦੇ ਵਿੱਚ ਹੁੰਦਾ ਹੈ। ਜਦੋਂ ਬੱਚਾ ਉੱਚੀ ਪੜ੍ਹਨਾ ਛੱਡ ਦਿੰਦਾ ਹੈ ਤਾਂ ਉਦੋਂ ਮੌਨ ਵਾਚਨ ਕਰਦਾ ਹੈ। ਜੂਡ ਜਿਹੜਾ ਹੈ ਨਾ, ਭਾਸ਼ਾ ਵਿਗਿਆਨੀ ਜੂਡ, ਉਹਦੇ ਅਨੁਸਾਰ ਉਹ ਕਹਿੰਦਾ ਕਿ ਬੱਚਾ ਜਦੋਂ ਚੱਲਣ ਤੁਰਨ ਲੱਗ ਜਾਂਦਾ ਹੈ ਨਾ, ਤੁਰਨ ਲੱਗ ਜਾਂਦਾ, ਉਦੋਂ ਰਿੜਨਾ ਛੱਡ ਦਿੰਦਾ ਬੱਚਾ। ਉਦੋਂ ਬੱਚਾ ਗੋਡਿਆਂ 'ਤੇ ਹੱਥਾਂ 'ਤੇ ਰਿੜਦਾ ਨਾ, ਜਦੋਂ ਉਹ ਕਿਰਿਆ ਨੂੰ ਛੱਡ ਦਿੰਦਾ, ਕਿਉਂਕਿ ਉਹ ਚੱਲਣਾ ਸ਼ੁਰੂ ਹੋ ਗਿਆ ਹੁਣ। ਇਸੇ ਪ੍ਰਕਾਰ ਹੀ ਜਦੋਂ ਇੱਕ ਬੱਚਾ ਮੌਨ ਵਾਚਨ ਸ਼ੁਰੂ ਕਰ ਦਿੰਦਾ ਹੈ ਤਾਂ ਉਦੋਂ ਉਹ ਉੱਚੀ ਵਾਚਨ ਨੂੰ ਤਿਆਗ ਦਿੰਦਾ ਹੈ। ਸੋ ਉੱਚੀ ਵਾਚਨ ਦਾ ਜਿਹੜਾ ਸੰਬੰਧ ਹੈ ਉਹ ਹੈ ਜੀ ਉੱਚ ਸ਼੍ਰੇਣੀਆਂ ਨਾਲ, ਜਿਹੜਾ ਮੌਨ ਵਾਚਨ ਹੈ ਉਸ ਦਾ ਸੰਬੰਧ ਹੈ ਉੱਚ ਸ਼੍ਰੇਣੀਆਂ ਦੇ ਨਾਲ, ਅਤੇ ਜਿਹੜਾ ਸਾਡਾ ਉੱਚੀ ਵਾਚਨ ਹੈ ਉਸ ਦਾ ਸੰਬੰਧ ਹੈ ਆਰੰਭਿਕ ਸ਼੍ਰੇਣੀ ਦੇ ਨਾਲ। ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਿਓ ਜੀ। ਸੋ ਮੌਨ ਪਾਠ ਦਾ ਮਤਲਬ ਕੀ ਹੈ? ਮੌਨ ਵਾਚਨ ਦਾ ਲਿਖਿਤ ਸਮੱਗਰੀ ਨੂੰ ਮਨ ਹੀ ਮਨ ਵਿੱਚ ਬਿਨਾਂ ਬੁੱਲ੍ਹਾਂ ਨੂੰ ਹਿਲਾਇਆ ਪੜ੍ਹਨਾ, ਉਹਨੂੰ ਕਿਹਾ ਜਾਂਦਾ ਹੈ ਜੀ ਮੌਨ ਵਾਚਨ। ਸੋ ਮੌਨ ਵਾਚਨ ਦੀਆਂ ਕੀ ਵਿਸ਼ੇਸ਼ਤਾਵਾਂ ਨੇ? ਇਕਾਗਰ ਚਿੱਤ ਹੋ ਕੇ ਇੱਕ ਤਾਂ ਪੜ੍ਹਨਾ। ਇਹ ਜਿਹੜੀ ਪ੍ਰਕਿਰਿਆ ਹੈ ਜਿਹੜੀ ਇਹ ਮੌਨ ਵਾਚਨ ਨਾਲ ਸੰਬੰਧਿਤ ਹੁੰਦੀ ਹੈ, ਕਿਉਂਕਿ ਅਸੀਂ ਚੁੱਪ ਕਰਕੇ ਸ਼ਾਂਤੀ ਨਾਲ ਪੜ੍ਹ ਰਹੇ ਹੁੰਦੇ ਹਾਂ। ਉਦੋਂ ਇਕਾਗਰ ਚਿੱਤ ਹੈ ਜਿਹੜਾ, ਇਕਾਗਰਤਾ ਬਹੁਤ ਜ਼ਿਆਦਾ ਵੱਧਦੀ ਹੈ। ਬਿਨਾਂ ਉਚਾਰਨ ਦੇ ਅਰਥ ਗ੍ਰਹਿਣ ਕਰਨਾ। ਸੋ ਇਹ ਕੀ ਹੈ ਜੀ? ਇਹ ਮੌਨ ਵਾਚਨ ਦੀ ਇੱਕ ਵਿਸ਼ੇਸ਼ਤਾ ਹੈ ਕਿ ਬਿਨਾਂ ਬੋਲਿਆਂ ਅਰਥ ਗ੍ਰਹਿਣ ਕਰਨੇ। ਉੱਚੀ ਵਾਚਨ ਨਾਲੋਂ ਦੁੱਗਣੀ ਗਤੀ ਹੁੰਦੀ ਹੈ ਜੀ। ਕੋਈ ਸ਼ੱਕ ਹੈ ਇਸ ਗੱਲ 'ਤੇ? ਤੁਹਾਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ, ਕਿਉਂਕਿ ਉੱਚੀ ਵਾਚਨ ਦੇ ਵਿੱਚ ਦੇਖੋ ਜੀ ਇੱਕ ਤਾਂ ਟਾਈਮ ਲੱਗਦਾ, ਦੂਸਰਾ ਨੰਬਰ ਆਪਣੀ ਸ਼ਕਤੀ ਦਾ ਹਰਾਸ ਵੀ ਹੁੰਦਾ ਹੈ ਨਾ। ਪਰ ਮੌਨ ਵਾਚਨ ਦੇ ਵਿੱਚ ਕੀ ਹੈ ਕਿ ਇੱਕ ਤਾਂ ਸਮਾਂ ਬਚਦਾ ਹੈ
ਤੇ ਦੂਸਰਾ ਕੀ ਹੈ, ਸ਼ਕਤੀ ਹੈ ਜਿਹੜੀ ਉਹ ਵੀ ਕਾਇਮ ਰਹਿੰਦੀ ਹੈ। ਸ਼ਕਤੀ ਦਾ ਵੀ ਮਤਲਬ ਹਰਾਸ ਨਹੀਂ ਹੁੰਦਾ। ਉਸ ਤੋਂ ਬਾਅਦ ਹੈ ਜੀ ਸਵੈ ਅਧਿਐਨ ਦੀ ਪ੍ਰੇਰਣਾ। ਦੇਖੋ ਜੀ, ਸਵੈ ਅਧਿਐਨ ਜੇਕਰ ਕਰਨਾ ਹੈ, ਸਵੈ ਅਧਿਐਨ ਦੀ ਜਿਹੜੀ ਕਿਰਿਆ ਹੈ ਉਸ ਦਾ ਸੰਬੰਧ ਹੈਗਾ ਜੀ ਮੌਨ ਵਾਚਨ ਦੇ ਨਾਲ। ਤੁਸੀਂ ਇਸ ਮੌਕੇ ਪ੍ਰੀਖਿਆਰਥੀ ਹੋ, ਤੁਸੀਂ ਇਸ ਸਮੇਂ ਹੈਗੇ ਆ ਜੀ ਕੰਪੀਟੀਟਰ, ਅਤੇ ਕੰਪੀਟੀਟਰ ਹੋ, ਤੁਸੀਂ ਕਰ ਰਹੇ ਹੋ ਸਵੈ ਅਧਿਐਨ। ਸਵੈ ਅਧਿਐਨ ਤੁਸੀਂ ਕਿਹੜੇ ਤਰੀਕੇ ਨਾਲ ਕਰ ਰਹੇ ਹੋ? ਮੌਨ ਵਾਚਨ ਦੇ ਨਾਲ ਕਰ ਰਹੇ ਹੋ। ਸੂਖਮ ਅਤੇ ਵਿਸਤ੍ਰਿਤ ਅਧਿਐਨ ਕਰਨਾ ਹੋਵੇ, ਇੱਥੇ ਸੂਖਮ ਸ਼ਬਦ ਦਾ ਭਾਵ ਹੈ ਬਾਰੀਕੀ ਨਾਲ ਅਧਿਐਨ ਕਰਨਾ ਕਿਸੇ ਗੱਲ ਦਾ, ਬਾਰੀਕੀ ਨਾਲ ਅਧਿਐਨ ਕਰਨਾ। ਸੋ ਬਾਰੀਕੀ ਨਾਲ ਅਧਿਐਨ ਕਰਨਾ ਅਤੇ ਵਿਸਤ੍ਰਿਤ ਰੂਪ ਦੇ ਵਿੱਚ ਕਰਨਾ। ਵਿਸਤ੍ਰਿਤ ਦੇ ਵਿੱਚ ਕੀ ਹੈ ਕਿ ਸ਼ਬਦਾਂ ਨੂੰ ਗ੍ਰਹਿਣ ਕਰਨਾ, ਫਿਰ ਉਸ ਦੇ ਭਾਵ ਅਰਥਾਂ ਨੂੰ ਗ੍ਰਹਿਣ ਕਰਨਾ, ਉਸ ਦੇ ਪਿੱਛੇ ਜਿਹੜੀ ਲੁਕੀ ਹੋਈ ਕੋਈ ਮਨਸ਼ਾ ਹੈ ਉਸ ਨੂੰ ਗ੍ਰਹਿਣ ਕਰਨਾ, ਸੰਸ਼ਲੇਸ਼ਣ ਵਿਸ਼ਲੇਸ਼ਣ ਦੀ ਕਿਰਿਆ ਨੂੰ ਅਪਣਾਉਣਾ, ਉਹਨੂੰ ਕਿਹਾ ਜਾਂਦਾ ਵਿਸਤ੍ਰਿਤ ਅਧਿਐਨ। ਵਿਸ਼ੇ ਵਸਤੂ ਨੂੰ ਸੰਪੂਰਨ ਰੂਪ ਦੇ ਵਿੱਚ ਗ੍ਰਹਿਣ ਕਰ ਲੈਣਾ, ਇਹਨੂੰ ਕਿਹਾ ਜਾਂਦਾ ਹੈ ਸਾਡਾ ਵਿਸਤ੍ਰਿਤ ਅਧਿਐਨ। ਸੋ ਸੂਖਮ ਅਤੇ ਵਿਸਤ੍ਰਿਤ ਅਧਿਐਨ ਜਿਹੜਾ, ਇਹਨਾਂ ਦੇ ਵਿੱਚੋਂ ਖਾਸ ਕਰਕੇ ਵਿਸਤ੍ਰਿਤ ਅਧਿਐਨ ਹੈ ਜਿਹੜਾ, ਇਹਦਾ ਸੰਬੰਧ ਤਾਂ ਮੌਨ ਵਾਚਨ ਦੇ ਨਾਲ ਹੀ ਹੈ। ਇਹ ਹੈ ਜੀ ਸਾਡੇ ਮੌਨ ਵਾਚਨ ਦੀਆਂ ਵਿਸ਼ੇਸ਼ਤਾਵਾਂ। ਇਕਾਗਰ ਚਿੱਤਾ, ਬਿਨਾਂ ਉਚਾਰਨ ਦੇ ਅਰਥ ਗ੍ਰਹਿਣ ਕਰਨਾ, ਉੱਚੀ ਵਾਚਨ ਨਾਲੋਂ ਦੁੱਗਣੀ ਗਤੀ, ਸਵੈ ਅਧਿਐਨ ਦੀ ਪ੍ਰੇਰਣਾ, ਸੂਖਮ ਅਤੇ ਵਿਸਤ੍ਰਿਤ ਅਧਿਐਨ। ਭਾਵ ਕੀ ਹੈ, ਬਾਰੀਕੀ ਦੇ ਨਾਲ ਅਧਿਐਨ ਜਿਹੜਾ ਆਪਾਂ ਕਰਦੇ ਹਾਂ ਇਹ ਮੌਨ ਵਾਚਨ ਦੇ ਨਾਲ ਹੀ ਸੰਭਵ ਹੈ। ਹਾਂਜੀ, ਹੁਣ ਆਪਾਂ ਦੇਖਦੇ ਹਾਂ ਜੀ ਪੜ੍ਹਨ ਕੌਸ਼ਲ ਦੀਆਂ ਵਿਧੀਆਂ ਕਿਹੜੀਆਂ ਕਿਹੜੀਆਂ ਨੇ ਜੀ। ਪੜ੍ਹਨ ਕੌਸ਼ਲ ਦੇ ਵਾਸਤੇ ਆਪਾਂ ਕਿਹੜੀਆਂ ਵਿਧੀਆਂ ਵਰਤ ਸਕਦੇ ਹਾਂ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਜੀ। ਇੱਕ ਤਾਂ ਆਪਾਂ ਵਰਤਦੇ ਹਾਂ ਜੀ ਸੰਸ਼ਲੇਸ਼ਣ ਵਿਧੀ, ਇੱਕ ਵਰਤਦੇ ਹਾਂ ਜੀ ਵਿਸ਼ਲੇਸ਼ਣ ਵਿਧੀ। ਸੰਸ਼ਲੇਸ਼ਣ ਵਿਧੀ ਦਾ ਮਤਲਬ, ਸੰਸ਼ਲੇਸ਼ਣ ਸ਼ਬਦ ਦਾ ਮਤਲਬ ਹੈ ਜੋੜਨਾ, ਅਤੇ ਵਿਸ਼ਲੇਸ਼ਣ ਦਾ ਮਤਲਬ ਹੈ ਜੀ ਖੰਡ ਖੰਡ ਕਰਨਾ, ਅਲੱਗ ਅਲੱਗ ਕਰਨਾ, ਟੁਕੜੇ ਕਰਨਾ। ਸੋ ਸੰਸ਼ਲੇਸ਼ਣ ਵਿਧੀ ਦਾ ਮਤਲਬ ਕੀ ਹੈ? ਇਹਦੇ ਵਿੱਚ ਦੇਖੋ ਜੀ, ਆਪਾਂ ਪੜ੍ਹਨਾ ਜਦੋਂ ਸਿਖਾਉਣਾ ਹੈ ਨਾ, ਤਾਂ ਇੱਥੇ ਦੇਖੋ ਜੀ, ਸਭ ਤੋਂ ਪਹਿਲਾਂ ਸਵਰ ਅਤੇ ਵਿਅੰਜਨ ਬੱਚੇ ਨੂੰ, ਭਾਵ ਅੱਖਰ, ਅੱਖਰਾਂ ਦੇ ਨਾਲ ਹੀ ਆਉਂਦੇ ਹਨ ਜੀ ਸਵਰ ਅਤੇ ਵਿਅੰਜਨ। ਵਿਅੰਜਨਾਂ ਦਾ ਸੰਬੰਧ ਕਿਹਦੇ ਨਾਲ ਹੈ? ਅੱਖਰਾਂ ਦੇ ਨਾਲ ਹੈ ਨਾ। ਸਭ ਤੋਂ ਪਹਿਲਾਂ ਬੱਚੇ ਨੂੰ ਅੱਖਰ ਜਾਂ ਧੁਨੀਆਂ ਦੇ ਰੂਪ ਵਿੱਚ ਸਵਰ ਅਤੇ ਵਿਅੰਜਨ ਸਿਖਾਉਣੇ। ਉਸ ਤੋਂ ਬਾਅਦ ਉਹਨਾਂ ਸਵਰਾਂ ਵਿਅੰਜਨਾਂ ਤੋਂ, ਭਾਵ ਅੱਖਰਾਂ ਤੋਂ ਸ਼ਬਦ ਬਣਾਉਣੇ ਸਿਖਾਉਣੇ, ਅਤੇ ਉਸ ਤੋਂ ਬਾਅਦ ਸ਼ਬਦਾਂ ਤੋਂ ਵਾਕ ਬਣਾਉਣੇ ਸਿਖਾਉਣੇ। ਇਹਦਾ ਮਤਲਬ ਹੈ ਜੀ, ਇਹ ਕਿਹੜੀ ਵਿਧੀ ਹੈ? ਸੰਸ਼ਲੇਸ਼ਣ ਵਿਧੀ। ਸੰਸ਼ਲੇਸ਼ਣ ਹੋ ਰਿਹਾ ਹੈ, ਅੱਖਰਾਂ ਦਾ ਸੰਸ਼ਲੇਸ਼ਣ ਕੀਤਾ ਤਾਂ ਸ਼ਬਦ ਬਣ ਗਿਆ, ਸ਼ਬਦਾਂ ਦਾ ਸੰਸ਼ਲੇਸ਼ਣ ਭਾਵ ਜੋੜ ਕੀਤਾ ਤਾਂ ਵਾਕ ਬਣ ਗਿਆ। ਸੋ ਅੱਖਰਾਂ ਤੋਂ ਵਾਕ ਤੱਕ ਦਾ ਸਫ਼ਰ, ਧੁਨੀ ਤੋਂ ਵਾਕ ਤੱਕ ਦਾ ਸਫ਼ਰ, ਇਹ ਕਿਹੜੀ ਵਿਧੀ ਤੈਅ ਕਰਦੀ ਹੈ? ਇਹ ਹੈਗੀ ਹੈ ਜੀ ਸੰਸ਼ਲੇਸ਼ਣ ਵਿਧੀ। ਹੁਣ ਗੱਲ ਕਰਦੇ ਹਾਂ ਜੀ ਵਿਸ਼ਲੇਸ਼ਣ ਵਿਧੀ ਦੀ। ਵਿਸ਼ਲੇਸ਼ਣ ਵਿਧੀ ਹੈ ਜਿਹੜੀ ਉਹ ਸੰਸ਼ਲੇਸ਼ਣ ਵਿਧੀ ਦੇ ਉਲਟ ਹੈ। ਦੂਸਰੀ ਗੱਲ, ਇੱਕ ਹੋਰ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਸੰਸ਼ਲੇਸ਼ਣ ਵਿਧੀ ਦੇ ਵਿੱਚ ਜਿਹੜੇ ਵਾਕ ਹਨ ਉਹ ਸਭ ਤੋਂ ਬਾਅਦ ਵਿੱਚ ਸਿਖਾਏ ਜਾਂਦੇ ਹਨ। ਇਸ ਕਰਕੇ ਸੰਸ਼ਲੇਸ਼ਣ ਵਿਧੀ ਅਣਮਨੋਵਿਗਿਆਨਿਕ ਹੈ, ਭਾਵ ਮਨੋਵਿਗਿਆਨਿਕ ਨਹੀਂ ਹੈ। ਕਿਉਂ? ਕਿਉਂਕਿ ਬੋਲਣ ਦੀ ਇਕਾਈ ਹਨ ਵਾਕ, ਬੋਲਣ ਦੀ ਇਕਾਈ ਵਾਕ ਹਨ। ਜਦੋਂ ਬੱਚਾ, ਛੋਟਾ ਬੱਚਾ ਮੰਨ ਲਓ ਇੱਕ ਛੋਟਾ ਜਿਹਾ ਸ਼ਬਦ ਬੋਲਦਾ ਹੈ ਕਿ ਮਾਈ, ਜਾਂ ਦੁੱਧ ਆਪਾਂ ਕਹਿ ਦਿੰਦੇ ਹਾਂ ਨਾ, ਇੱਕ ਸ਼ਬਦ ਬੋਲਿਆ ਤਾਂ ਉਸ ਦੀ ਮਾਂ ਆਪਣੇ ਆਪ ਸਮਝ ਜਾਂਦੀ ਹੈ ਕਿ ਇਸ ਨੂੰ ਪਾਣੀ ਪਿਆਸ ਲੱਗੀ ਹੈ ਕਿ ਜਾਂ ਇਸ ਨੂੰ ਭੁੱਖ ਲੱਗੀ ਹੈ। ਸੋ ਇਹ ਆ ਜਿਹੜਾ ਉਹ ਮਤਲਬ ਕੀ ਹੈ ਕਿ ਬੋਲਣ ਦੀ ਇਕਾਈ ਉੱਥੇ ਵਾਕ ਹਨ। ਤੁਹਾਡੀ ਨਜ਼ਰ ਦੇ ਵਿੱਚ ਬੱਚੇ ਨੇ ਸਿਰਫ ਇੱਕ ਸ਼ਬਦ ਬੋਲਿਆ ਹੈ, ਪਰ ਇੱਕ ਮਾਂ ਦੀ ਨਜ਼ਰ ਦੇ ਵਿੱਚ ਉਸਨੇ ਇੱਕ ਪੂਰਾ ਵਾਕ ਬੋਲਿਆ ਹੈ। ਇਸ ਕਰਕੇ ਬੱਚੇ ਨੇ ਜੋ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ, ਆਪਣੇ ਭਾਵਾਂ ਨੂੰ, ਉਹ ਪੂਰਾ ਇੱਕ ਵਾਕ ਪ੍ਰਗਟ ਕਰ ਦਿੱਤਾ। ਸੋ ਇਸ ਕਰਕੇ ਬੋਲਣ ਦੀ ਇਕਾਈ ਹਨ ਜੀ ਵਾਕ, ਸਾਡੇ ਪੜ੍ਹਨ ਦੀ ਇਕਾਈ ਹਨ ਜੀ ਸ਼ਬਦ, ਸਾਡੇ ਲਿਖਣ ਦੀ ਇਕਾਈ ਹਨ ਜੀ ਅੱਖਰ, ਸੁਣਨ ਦੀ ਇਕਾਈ ਹਨ ਜੀ ਧੁਨੀਆਂ। ਸੋ ਸਭ ਤੋਂ ਪਹਿਲਾਂ ਸਵਰ ਵਿਅੰਜਨ ਭਾਵ ਅੱਖਰ ਸਿਖਾਏ, ਉਸ ਤੋਂ ਬਾਅਦ ਸ਼ਬਦ, ਉਸ ਤੋਂ ਬਾਅਦ ਵਾਕ। ਇਸ ਕਰਕੇ ਇਹ ਵਿਧੀ ਹੈ ਜੀ ਅਣਮਨੋਵਿਗਿਆਨਿਕ। ਪਰ ਵਿਸ਼ਲੇਸ਼ਣ ਵਿਧੀ ਹੈ ਜਿਹੜੀ ਸਾਡੀ ਉਹ ਮਨੋਵਿਗਿਆਨਿਕ ਸਿਧਾਂਤਾਂ ਦੇ ਅਨੁਕੂਲ ਹੈ। ਕਿਉਂ? ਕਿਉਂਕਿ ਇਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਬਦ ਅਤੇ ਵਾਕ ਸਿਖਾਏ ਜਾਂਦੇ ਹਨ, ਉਸ ਤੋਂ ਬਾਅਦ ਅੱਖਰ ਅਤੇ ਫਿਰ ਧੁਨੀਆਂ ਵੱਲ ਜਾਇਆ ਜਾਂਦਾ ਹੈ। ਇਹਨੂੰ ਕਿਹਾ ਜਾਂਦਾ ਹੈ ਜੀ ਵਿਸ਼ਲੇਸ਼ਣ ਕਰਨਾ। ਸ਼ਬਦ ਅਤੇ ਵਾਕ, ਇਹਨਾਂ ਦਾ ਸ਼ਬਦਾਂ ਤੋਂ ਕੀ ਬਣਿਆ ਜੀ ਵਾਕ, ਇਹਨਾਂ ਨੂੰ ਖੰਡ ਕੀਤਾ, ਇਹਨਾਂ ਦੇ ਟੁਕੜੇ ਕੀਤੇ ਤਾਂ ਕੀ ਬਣ ਗਏ? ਅੱਖਰ ਅਤੇ
ਧੁਨੀਆਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸਾਡੀ ਸੰਸ਼ਲੇਸ਼ਣ ਵਿਧੀ ਦੀ। ਸੰਸ਼ਲੇਸ਼ਣ ਵਿਧੀ ਦਾ ਮਤਲਬ ਤੁਹਾਨੂੰ ਸਮਝ ਦੇ ਵਿੱਚ ਆ ਗਿਆ। ਸੰਸ਼ਲੇਸ਼ਣ ਵਿਧੀ ਦੇ ਵਿੱਚ ਦੋ ਵਿਧੀਆਂ ਹਨ। ਇੱਕ ਦਾ ਨਾਮ ਹੈ ਜੀ ਅੱਖਰ ਬੋਧ ਵਿਧੀ, ਜਾਂ ਇਹਦਾ ਨਾਮ ਦੂਜਾ ਲਿਆ ਜਾਂਦਾ ਵਰਣਮਾਲਾ ਵਿਧੀ, ਜਾਂ ਇਹਦਾ ਨਾਮ ਲਿਆ ਜਾਂਦਾ ਸ਼ਬਦ ਜੋੜ ਵਿਧੀ। ਇਹ ਹੈ ਜੀ 1 ਨੰਬਰ ਵਿਧੀ। ਇਹ ਸੰਸ਼ਲੇਸ਼ਣ ਵਿਧੀ ਦਾ, ਸੰਸ਼ਲੇਸ਼ਣ ਵਿਧੀ ਦੀ ਅੱਗੇ ਵਿਧੀ ਹੈ ਇੱਕ। ਸੰਸ਼ਲੇਸ਼ਣ ਵਿਧੀ ਦੀ ਦੂਸਰੀ ਵਿਧੀ ਕਿਹੜੀ ਹੈ? ਸਵਰ ਵਿਧੀ ਜਾਂ ਉਚਾਰਨ ਵਿਧੀ ਜਾਂ ਧੁਨੀ ਸਾਮਿਆ ਵਿਧੀ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਇਹ ਤੁਸੀਂ ਸਭ ਤੋਂ ਪਹਿਲਾਂ ਤੇ ਇਹਨਾਂ ਦੇ ਨਾਮ ਧਿਆਨ ਦੇ ਵਿੱਚ ਰੱਖਣੇ ਆ। ਅੱਖਰ ਬੋਧ ਵਿਧੀ ਦਾ ਦੂਜਾ ਨਾਮ ਵਰਣਮਾਲਾ ਵਿਧੀ ਤੇ ਸ਼ਬਦ ਜੋੜ ਵਿਧੀ ਹੈ। ਸਵਰ ਵਿਧੀ ਦਾ ਦੂਸਰਾ ਨਾਮ ਉਚਾਰਨ ਵਿਧੀ ਅਤੇ ਧੁਨੀ ਸਾਮਿਆ ਵਿਧੀ ਹੈ। ਹੁਣ ਦੇਖੋ ਜੀ ਅੱਖਰ ਬੋਧ ਵਿਧੀ ਦੇ ਵਿੱਚ ਕੀ ਹੈ? ਅੱਖਰ ਬੋਧ ਵਿਧੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਜੀ? ਅੱਖਰਾਂ ਦੀ ਪਛਾਣ ਅਤੇ ਉਚਾਰਨ ਬੱਚੇ ਨੂੰ ਸਿਖਾਉਣਾ ਹੈ। ਜਿਹੜੀ ਸਾਡੀ ਅੱਖਰ ਬੋਧ ਵਿਧੀ ਹੈ ਨਾ, ਇਹ ਸਕੂਲਾਂ ਦੇ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਵਰਤੀ ਜਾ ਰਹੀ ਹੈ। ਅੱਖਰ ਬੋਧ ਵਿਧੀ, ਅੱਖਰ ਬੋਧ ਵਿਧੀ ਹੈ ਜਿਹੜੀ, ਇਹ ਸਾਡੀ ਬਹੁਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸ ਦੇ ਅਨੁਸਾਰ ਹੀ ਹਨ ਸਭ ਤੋਂ ਪਹਿਲਾਂ ਅੱਖਰਾਂ ਦੀ ਪਛਾਣ ਤੇ ਫਿਰ ਉਹਨਾਂ ਦਾ ਉਚਾਰਨ। ਇਹੀ ਤਰੀਕਾ ਨਾ, ਇਹਨੂੰ ਵਰਣਮਾਲਾ ਵਿਧੀ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਅੱਖਰ ਬੋਧ ਵਿਧੀ ਹੈ ਜਿਹੜੀ ਉਹ ਵਰਣਮਾਲਾ ਨੂੰ ਪੜ੍ਹਾਉਣ ਦੇ ਕੰਮ ਆਉਂਦੀ ਹੈ, ਇਸ ਕਰਕੇ ਇਸ ਦਾ ਨਾਮ ਵਰਣਮਾਲਾ ਵਿਧੀ ਵੀ ਲਿਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਕੀ ਕੀਤਾ ਅਸੀਂ? ਅੱਖਰ ਜਿਹੜੇ ਹਨ ਉਹਨਾਂ ਦਾ ਸਭ ਤੋਂ ਪਹਿਲਾਂ ਪਛਾਣ, ਉਹਨਾਂ ਦਾ ਉਚਾਰਨ ਸਿਖਾ ਦਿੱਤਾ ਅਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਸਵਰ ਵਿਅੰਜਨ, ਫਿਰ ਮਾਤਰਾਵਾਂ ਅਤੇ ਸਾਰਥਕ ਸ਼ਬਦ ਪੜ੍ਹਾਏ ਜਾਂਦੇ ਹਨ। ਇਸ ਵਿਧੀ ਦੇ ਵਿੱਚ ਸਭ ਤੋਂ ਪਹਿਲਾਂ ਸਵਰ ਵਿਅੰਜਨ ਪੜ੍ਹਾਤੇ। ਵਰਣਮਾਲਾ ਦੇ ਵਿੱਚ ਹੀ ਆਉਂਦੇ ਆ ਨਾ ਸਵਰ ਵਿਅੰਜਨ। ਵਰਣਮਾਲਾ ਦੇ ਵਿੱਚ ਸਵਰ ਵਿਅੰਜਨ ਪੜ੍ਹਾਤੇ, ਫਿਰ ਉਹਨਾਂ ਦੀਆਂ ਮਾਤਰਾਵਾਂ ਪੜ੍ਹਾਤੀਆਂ, ਫਿਰ ਉਹਨਾਂ ਨੂੰ ਸ਼ਬਦ ਜੋੜ ਦੇ ਰੂਪ ਵਿੱਚ ਪੜ੍ਹਾ ਦਿੱਤਾ। ਸੋ ਇਹਨੂੰ ਕਿਹਾ ਜਾਂਦਾ ਅੱਖਰ ਬੋਧ ਵਿਧੀ। ਇਹ ਹੈ ਜੀ ਵਰਣਮਾਲਾ ਵਰਣਮਾਲਾ ਪੜ੍ਹਨ ਵਾਸਤੇ ਇਹ ਵਿਧੀ ਦੀ ਯੂਜ ਹੁੰਦੀ ਹੈ, ਇਸ ਵਿਧੀ ਦੀ ਵਰਤੋਂ ਹੁੰਦੀ ਹੈ। ਸੋ ਇਹ ਧਿਆਨ ਦੇ ਵਿੱਚ ਰੱਖਣਾ ਕਿ ਅੱਖਰ ਬੋਧ ਵਿਧੀ ਹੈ ਜਿਹੜੀ ਉਹ ਅਣਮਨੋਵਿਗਿਆਨਿਕ ਹੈ, ਕਿਉਂਕਿ ਸੰਸ਼ਲੇਸ਼ਣ ਵਿਧੀ ਅਣਮਨੋਵਿਗਿਆਨਿਕ ਹੈ ਨਾ, ਮਨੋਵਿਗਿਆਨਿਕ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ। ਉਸ ਤੋਂ ਬਾਅਦ ਹੈ ਜੀ ਸਵਰ ਵਿਧੀ ਜਾਂ ਉਚਾਰਨ ਵਿਧੀ ਜਾਂ ਧੁਨੀ ਸਾਮਿਆ ਵਿਧੀ। ਇੱਕ ਸਮਾਨ ਸਵਰਾਂ ਵਾਲੇ ਜਾਂ ਇੱਕ ਸਮਾਨ ਧੁਨੀਆਂ ਵਾਲੇ ਸ਼ਬਦਾਂ ਨੂੰ ਸਿਖਾਉਣਾ, ਜਿਵੇਂ ਨਰਮ, ਗਰਮ, ਕਰਮ। ਇਹਨਾਂ ਦੇ ਵਿੱਚ ਇੱਕ ਇੱਕ ਅੱਖਰ ਦਾ ਬਦਲਾਵ ਹੋ ਰਿਹਾ ਅਤੇ ਇਹਨਾਂ ਦੀ ਜਿਹੜੀ ਧੁਨੀ ਜਾਂ ਸਵਰ ਹੈ ਜਿਹੜਾ, ਜਾਂ ਇਹਨਾਂ ਦਾ ਉਚਾਰਨ ਹੈ ਉਹ ਕੀ ਹੈ? ਇੱਕ ਸਮਾਨ ਹੈ। ਨਰਮ, ਗਰਮ, ਕਰਮ, ਧਰਮ। ਉਸ ਤੋਂ ਬਾਅਦ ਸ਼ਕਤੀ, ਭਗਤੀ। ਇਹ ਸ਼ਬਦ ਹੈ ਜਿਹੜੇ, ਇਹ ਦੇਖੋ ਦੋ ਸ਼ਬਦ ਸ਼ਕਤੀ, ਭਗਤੀ, ਇਹਨਾਂ ਦਾ ਉਚਾਰਨ ਹੈ ਜਿਹੜਾ ਇੱਕ ਸਮਾਨ, ਬਸ ਅੱਖਰ ਇੱਕ ਅੱਧਾ ਬਦਲ ਗਿਆ। ਸੋ ਇਹਨਾਂ ਦੇ ਆਧਾਰ 'ਤੇ ਕੀ ਹੈ? ਇਹਨਾਂ ਦੇ ਆਧਾਰ 'ਤੇ ਬੱਚੇ ਨੂੰ ਇਹ ਸੰਸ਼ਲੇਸ਼ਣ ਵਿਧੀ ਦੀ ਵਰਤੋਂ ਕਰਕੇ ਪੜ੍ਹਨਾ ਸਿਖਾਉਣਾ। ਸੋ ਇਹ ਵਿਧੀ ਹੈ ਜਿਹੜੀ, ਇਹ ਦੇਖੋ ਜੀ, ਇਹ ਨਾ ਇਹਦੇ ਵਿੱਚ ਇੱਕ ਥੋੜ੍ਹਾ ਜਿਹਾ ਫਾਇਦਾ ਹੈ ਕਿਤੇ ਨਾ ਕਿਤੇ। ਜਿਹੜੀ ਸਾਡੀ ਸਵਰ ਵਿਧੀ ਜਾਂ ਉਚਾਰਨ ਵਿਧੀ ਜਾਂ ਧੁਨੀ ਸਾਮਿਆ ਵਿਧੀ ਹੈ, ਇਹਦਾ ਇੱਕ ਫਾਇਦਾ ਹੈ। ਕਿਉਂਕਿ ਜਿਹੜੀ ਸਾਡੀ ਪੰਜਾਬੀ ਦੀ ਵਰਣਮਾਲਾ ਹੈ ਉਹਦਾ ਜਿਹੜਾ ਕ੍ਰਮ ਹੈ ਉਹ ਉਚਾਰਨ ਸਥਾਨ ਦੇ ਆਧਾਰ 'ਤੇ ਹੈ। ਆਪਾਂ ਜਦੋਂ ਪੰਜਾਬੀ ਵਰਣਮਾਲਾ ਦੀ ਗੱਲ ਕੀਤੀ ਸੀ, ਆਪਾਂ ਉਦੋਂ ਇਹ ਗੱਲ ਕਲੀਅਰ ਕੀਤੀ ਸੀ ਕਿ ਸਾਡੀ ਜਿਹੜੀ ਵਰਣਮਾਲਾ ਹੈ ਉਹ ਉਚਾਰਨ ਸਥਾਨ ਦੇ ਆਧਾਰ 'ਤੇ ਹੈ। ਕਿਵੇਂ? ਸਭ ਤੋਂ ਪਹਿਲਾਂ ਕੰਠੀ ਧੁਨੀਆਂ ਆਉਂਦੀਆਂ ਹਨ। ਸਥਾਨ ਦਾ ਮਤਲਬ, ਉਚਾਰਨ ਸਥਾਨ ਦਾ ਮਤਲਬ ਕੀ ਹੈ ਕਿ ਅੱਖਰ ਦਾ ਉਚਾਰਨ ਕਿਹੜੇ ਸਥਾਨ ਤੋਂ ਹੋ ਰਿਹਾ। ਅਗਰ ਤਾਂ ਕੰਠ 'ਚੋਂ ਹੋ ਰਿਹਾ ਤਾਂ ਕੰਠੀ ਧੁਨੀ ਸਭ ਤੋਂ ਪਹਿਲਾਂ। ਕੱਕਾ, ਖੱਖਾ, ਗੱਗਾ, ਘੱਗਾ, ngੰਗਾ, ਇਹ ਅਸੀਂ ਕਹਿ ਦਿੰਦੇ ਹਾਂ ਜੀ ਇਹ ਸਾਡੀਆਂ ਕੰਠੀ ਧੁਨੀਆਂ ਹੈ। ਉਸ ਤੋਂ ਬਾਅਦ ਅਸੀਂ ਕਹਿ ਦਿੰਦੇ ਹਾਂ ਜੀ ਇਹ ਸਾਡੀਆਂ ਤਾਲਵੀ ਧੁਨੀਆਂ ਹੈ ਨਾ, ਚੱਚਾ, ਛੱਛਾ, ਜੱਜਾ, ਝੱਜਾ, ਨੰਨਾ। ਉਸ ਤੋਂ ਬਾਅਦ ਆਪਾਂ ਕਹਿ ਦਿੰਦੇ ਹਾਂ ਜੀ ਇਹ ਸਾਡੀ ਮੂਰ ਧੁਨੀ ਹੈ, ਟੈਕਾ, ਠੱਠਾ, ਡੱਡਾ, ਢੱਡਾ, ਨਣ। ਇਹ ਮੂਰ ਧੁਨੀ ਹੈ, ਉਲਟ ਜੀਬੀ ਧੁਨੀ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ। ਸੋ ਇਹ ਉਚਾਰਨ ਸਥਾਨ ਦੇ ਆਧਾਰ 'ਤੇ ਕੀ ਹੈ ਕਿ ਇੱਕੋ ਜਿਹਾ ਉਚਾਰਨ ਹੋਣ ਕਰਕੇ ਇਹ ਵਿਧੀ ਹੈ ਜਿਹੜੀ ਇਹ ਵਰਣਮਾਲਾ ਸਿੱਖਣ ਲਈ ਸੌਖੀ ਹੈ ਨਾ। ਪਰ ਇਹਦੀ ਲਿਮਿਟ ਹੈ, ਕਿਉਂਕਿ ਇੱਕੋ ਜਿਹੇ ਉਚਾਰਨ ਵਾਲੇ ਸ਼ਬਦ ਆਪਾਂ ਕਿੰਨੇ ਕੁ ਲੱਭ ਲਾਂਗੇ। ਅਧਿਆਪਕ ਫਿਰ ਮੱਥਾ ਮਾਰਦਾ ਹੀ ਰਹਿ ਜੂਗਾ ਫਿਰ ਤਾਂ। ਅਧਿਆਪਕ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਔਖਾ ਹੋ ਜਾਵੇਗਾ ਉਹਦੇ ਵਾਸਤੇ। ਇੱਕੋ ਜਿਹੇ ਉਚਾਰਨ ਵਾਲੇ ਸ਼ਬਦ ਲੱਭਣੇ ਕਿੰਨਾ ਔਖਾ ਕੰਮ ਹੈ, ਇਹ ਤੁਸੀਂ ਦੇਖ ਸਕਦੇ ਹੋ। ਸੋ ਉਚਾਰਨ ਸਥਾਨ ਦੇ ਵਿੱਚ ਜਦੋਂ ਸਾਡੀ ਵਰਣਮਾਲਾ ਜਿਹੜੀ ਉਹ ਉਚਾਰਨ ਸਥਾਨ ਦੇ ਆਧਾਰ 'ਤੇ ਜਦੋਂ ਹੈ, ਸਭ ਤੋਂ ਪਹਿਲਾਂ ਕੰਠੀ ਧੁਨੀਆਂ ਆ ਰਹੀਆਂ, ਫਿਰ ਤਾਲਵੀ ਆ ਰਹੀਆਂ ਨੇ, ਫਿਰ ਉਸ ਤੋਂ ਬਾਅਦ ਮੂਰ ਧੁਨੀਆਂ ਆ ਰਹੀ ਹੈ, ਫਿਰ ਸਾਡੀਆਂ ਦੰਤੀ ਧੁਨੀਆਂ ਆ ਰਹੀਆਂ ਨੇ, ਫਿਰ ਸਾਡੀਆਂ ਦੋ ਹੋਂਠੀ ਜਾਂ ਹੋਂਠੀ ਧੁਨੀਆਂ ਆ ਰਹੀਆਂ।
सो ਉਹਦੇ ਆਧਾਰ ਤੇ ਜੇਕਰ ਆਪਾਂ ਦੇਖਦੇ ਹਾਂ ਤਾਂ ਅਸੀਂ ਇਹ ਗੱਲ ਕਲੀਅਰ ਕਰਦੇ ਹਾਂ ਕਿ ਸਾਡੀ ਜਿਹੜੀ ਵਰਣਮਾਲਾ ਹੈ ਉਹ ਉਸ ਦਾ ਕ੍ਰਮ ਜੋ ਹੈ ਉਹ ਉਚਾਰਨ ਸਥਾਨ ਦੇ ਆਧਾਰ ਤੇ ਹੋਣ ਕਰਕੇ ਜਿਹੜੀ ਸਵਰ ਵਿਧੀ ਜਾਂ ਉਚਾਰਨ ਵਿਧੀ ਹੈ ਉਹ ਕੀ ਹੈ ਵਰਣਮਾਲਾ ਸਿੱਖਣ ਦੇ ਵਿੱਚ ਕਿਤੇ ਨਾ ਕਿਤੇ ਫਾਇਦੇਮੰਦ ਹੈ। ਪਰ ਇਹਦਾ ਸਭ ਤੋਂ ਵੱਡਾ ਨੁਕਸਾਨ ਕੀ ਹੈ, ਕਿਉਂਕਿ ਇੱਕ ਤਾਂ ਦੇਖੋ ਜੀ ਇਹ ਮਨੋਵਿਗਿਆਨਿਕ ਸਿਧਾਂਤਾਂ ਦੇ ਉੱਪਰ ਆਧਾਰਿਤ ਨਹੀਂ ਹੈ, ਕਿਉਂਕਿ ਜਾਂਦਿਆਂ ਸਾਰ ਹੀ ਤੁਸੀਂ ਇੱਕੋ ਜਿਹੇ ਮਤਲਬ ਜਿਹੜੇ ਇੱਕੋ ਜਿਹੇ ਉਚਾਰਨ ਵਾਲੇ ਜਿਹੜੇ ਸ਼ਬਦ ਜੇਕਰ ਬੱਚੇ ਨੂੰ ਤੁਸੀਂ ਦੱਸੋਗੇ ਤਾਂ ਉਸ ਦੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਨਹੀਂ ਹੋ ਸਕਦਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਗੱਲ। ਉਸ ਤੋਂ ਬਾਅਦ ਹੈ ਦੇਖੋ ਜੀ ਕਿਹੜੀ ਵਿਧੀ ਹੈ, ਵਿਸ਼ਲੇਸ਼ਣ ਵਿਧੀ। ਹੁਣ ਗੱਲ ਕਰਦੇ ਹਾਂ ਜੀ ਸਾਡੀ ਵਿਸ਼ਲੇਸ਼ਣ ਵਿਧੀ ਦੀ। ਇਹ ਸਾਡੀ ਸੀ ਸੰਸ਼ਲੇਸ਼ਣ ਵਿਧੀ, ਹੁਣ ਵਿਸ਼ਲੇਸ਼ਣ ਵਿਧੀ ਦੀ। ਵਿਸ਼ਲੇਸ਼ਣ ਵਿਧੀ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਸ਼ਬਦ ਵਿਧੀ ਜਾਂ ਦੇਖੋ ਤੇ ਕਹੋ ਵਿਧੀ ਵੀ ਕਿਹਾ ਜਾਂਦਾ ਇਹਨੂੰ, ਸ਼ਬਦ ਵਿਧੀ ਨੂੰ। ਸ਼ਬਦ ਵਿਧੀ ਦੇ ਵਿੱਚ ਕੀ ਹੈ ਕਿ ਸਾਰਥਕ ਸ਼ਬਦ ਜਿਹੜਾ ਬੱਚੇ ਨੂੰ ਸਿਖਾਉਣਾ ਹੋਵੇ ਉਹਦੇ ਨਾਲ ਸੰਬੰਧਿਤ ਇੱਕ ਚਿੱਤਰ ਬੱਚੇ ਨੂੰ ਕਲਾਸ ਦੇ ਵਿੱਚ ਦਿਖਾਇਆ ਜਾਂਦਾ ਹੈ। ਉਸ ਚਿੱਤਰ ਦੇ ਥੱਲੇ ਨਾਮ ਲਿਖਿਆ ਜਾਂਦਾ, ਬੱਚੇ ਨੂੰ ਉਸ ਦੀ ਪਹਿਚਾਣ ਕਰਨ ਵਾਸਤੇ ਆਖਿਆ ਜਾਂਦਾ। ਬੱਚਾ ਉਸ ਦੀ ਪਹਿਚਾਣ ਕਰਦਾ ਅਤੇ ਉਹਦੇ ਨਾਲ ਕੀ ਹੈ ਕਿ ਬੱਚਾ ਪੜ੍ਹਨਾ ਸਿੱਖਦਾ ਹੈ। ਬੱਚਾ ਜਦੋਂ ਉਸ ਦਾ ਉਚਾਰਨ ਕਰਦਾ ਹੈ, ਉਸ ਨੂੰ ਪੜ੍ਹਦਾ ਹੈ ਕਿ ਆਹ ਚੀਜ਼ ਲਿਖੀ ਹੋਈ ਹੈ, ਸੋ ਉਹਨੂੰ ਕਿਹਾ ਜਾਂਦਾ ਹੈ ਸ਼ਬਦ ਵਿਧੀ ਜਾਂ ਦੇਖੋ ਤੇ ਕਹੋ ਵਿਧੀ। ਸੋ ਇਹ ਵਿਧੀ ਹੈ ਜਿਹੜੀ ਇਹ ਸਾਰਥਕ ਸ਼ਬਦਾਂ ਨੂੰ ਪੜ੍ਹਾਉਣ ਵਾਸਤੇ ਬੜੀ ਕਾਰਗਰ ਹੈ। ਪਰ ਇਹਦੀ ਇੱਕ ਕਮੀ ਹੈ, ਉਹ ਕਿਹੜੀ ਹੈ ਕਿ ਜਿਹੜੇ ਭਾਵ-ਅਰਥ ਸ਼ਬਦ ਹਨ, ਜਿਹੜੇ ਸਾਡੇ ਮਨ ਦੀ ਫੀਲਿੰਗਸ ਨੇ, ਉਹਨਾਂ ਨੂੰ ਅਸੀਂ ਜਿਹੜੀ ਚਿੱਤਰ ਦੇ ਰੂਪ ਵਿੱਚ ਅਸੀਂ ਪ੍ਰਗਟ ਨਹੀਂ ਕਰ ਸਕਦੇ ਕੁਝ ਕੁ ਚੀਜ਼ਾਂ ਨੂੰ। ਇਸ ਵਾਸਤੇ ਸ਼ਬਦ ਵਿਧੀ ਦੀ ਇੱਕ ਸੀਮਾ ਹੈ। ਉਸ ਤੋਂ ਬਾਅਦ ਹੈ ਜੀ ਵਾਕ ਵਿਧੀ। ਸੋ ਇਹ ਸ਼ਬਦ ਵਿਧੀ ਦਾ ਸੁਧਰਿਆ ਰੂਪ ਹੈ ਕਿ ਜਦੋਂ ਮਤਲਬ ਕੀ ਹੈ ਕਿ ਵਾਕ ਦੇ ਰੂਪ ਵਿੱਚ ਮੰਨ ਲਓ ਕੋਈ ਇੱਕ ਚਿੱਤਰ ਬੱਚੇ ਨੂੰ ਦਿਖਾਉਣਾ, ਉਸ ਨੂੰ ਉਹਦੇ ਮਤਲਬ ਵਾਕ ਦੇ ਰੂਪ ਵਿੱਚ ਉਸ ਨੂੰ ਪ੍ਰਦਰਸ਼ਿਤ ਕਰਨਾ। ਮਤਲਬ ਕੀ ਹੈ ਸ਼ਬਦ ਦੀ ਥਾਂ 'ਤੇ ਵਾਕ ਵਰਤਣਾ, ਕਹਿਣ ਦਾ ਮਤਲਬ। ਸੋ ਇਹਨੂੰ ਕਿਹਾ ਜਾਂਦਾ ਵਾਕ ਵਿਧੀ। ਉਸ ਤੋਂ ਬਾਅਦ ਹੈ ਜੀ ਕਹਾਣੀ ਅਤੇ ਕਵਿਤਾ ਵਿਧੀ। ਸੋ ਵਾਕ ਵਿਧੀ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਜੀ ਕਿ ਕਿਵੇਂ ਸਾਡੀ ਇਹ ਸ਼ਬਦ ਵਿਧੀ ਦਾ ਜਿਹੜਾ ਇੱਕ ਨਵੀਨ ਰੂਪ ਹੈ। ਕਵਿਤਾ ਵਿਧੀ ਹੈ ਜਿਹੜੀ ਉਹ ਕਹਾਣੀ ਵਿਧੀ ਦਾ ਹੀ ਬਦਲਿਆ ਰੂਪ ਹੈ। ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਕਵਿਤਾ ਦੇ ਨਾਲ ਸੰਬੰਧਿਤ ਕਹਾਣੀਆਂ, ਕਵਿਤਾ ਅਤੇ ਕਹਾਣੀ ਵਿਧੀ ਇੱਕੋ ਹੀ ਗੱਲ ਹੈ ਇਹਨਾਂ ਦੀ। ਇਹਦੇ ਵਿੱਚ ਕੀ ਹੈ ਕਿ ਕਹਾਣੀ ਵਿਧੀ ਦੇ ਵਿੱਚ ਕੀ ਹੈ ਕਿ ਬੱਚੇ ਨੂੰ ਵਾਕਾਂ ਦੇ ਰੂਪ ਵਿੱਚ ਇੱਕ ਕਹਾਣੀ ਸੁਣਾਈ ਜਾਂਦੀ ਹੈ ਅਤੇ ਬੱਚਾ ਉਸ ਨੂੰ ਕਹਾਣੀ ਨੂੰ ਸੁਣ ਕੇ ਉਸ ਨੂੰ ਲਿਖੇ ਹੋਏ ਨੂੰ ਸੁਣਦਾ ਵੀ ਹੈ ਬੱਚਾ, ਅਤੇ ਉਸ ਨੂੰ ਜਿਹੜਾ ਲਿਖਿਆ ਹੋਇਆ ਉਸ ਨੂੰ ਵੇਖ ਵੀ ਰਿਹਾ। ਸੋ ਬੱਚਾ ਸੁਣ ਕੇ ਉਸ ਨੂੰ ਪੜ੍ਹਦਾ ਹੈ, ਉਸ ਦਾ ਵਾਚਨ ਕਰਦਾ ਹੈ। ਸੋ ਇਹਨੂੰ ਕਿਹਾ ਜਾਂਦਾ ਹੈ ਕਹਾਣੀ ਵਿਧੀ। ਅਤੇ ਕਵਿਤਾ ਵਿਧੀ ਕੀ ਹੈ ਕਿ ਮਤਲਬ ਕੀ ਹੈ ਕਿ ਕਹਾਣੀ ਨੂੰ ਕਵਿਤਾ ਦੇ ਰੂਪ ਵਿੱਚ ਦੱਸਣਾ। ਸੋ ਕਹਾਣੀ ਵਿਧੀ ਦੀ ਵਰਤੋਂ ਵੀ ਹੈ ਅਤੇ ਕਵਿਤਾ ਵਿਧੀ ਦੀ ਵਰਤੋਂ ਵੀ ਹੈ। ਉਸ ਤੋਂ ਬਾਅਦ ਹੈ ਜੀ ਸਾਡੀ ਵਾਕੰਸ਼ਕ ਵਿਧੀ। ਵਾਕੰਸ਼ਕ ਵਿਧੀ ਦਾ ਮਤਲਬ ਕੀ ਹੈ, ਵਾਕੰਸ਼ ਆਪਾਂ ਪੜ੍ਹੇ ਹੈ ਜੀ। ਵਾਕੰਸ਼ ਦਾ ਮਤਲਬ ਕੀ ਹੈ ਕਿ ਵਾਕ ਨੂੰ ਵਾਕੰਸ਼ਾਂ ਦੇ ਵਿੱਚ ਵੰਡ ਕੇ ਪੜ੍ਹਾਉਣਾ, ਵਾਕ ਨੂੰ ਵਾਕੰਸ਼ਾਂ ਦੇ ਵਿੱਚ ਵੰਡ ਕੇ ਪੜ੍ਹਾ ਦੇਣਾ, ਇਸ ਨੂੰ ਕਿਹਾ ਜਾਂਦਾ ਹੈ ਜੀ। ਸੋ ਵਾਕ ਤੋਂ ਵਾਕੰਸ਼ ਦੀ ਕਿਰਿਆ ਹੋ ਰਿਹਾ ਨਾ ਵਿਸ਼ਲੇਸ਼ਣ। ਵਾਕ ਨੂੰ ਖੰਡ ਕਰਤਾ ਕਿਸ ਦੇ ਵਿੱਚ, ਵਾਕੰਸ਼ਾਂ ਦੇ ਵਿੱਚ। ਜਿਹਨੂੰ ਵਾਕੰਸ਼ ਉਪਵਾਕ ਦਾ ਨਹੀਂ ਪਤਾ ਉਹ ਆਪਣੀ ਵਾਕ ਦੇ ਨਾਲ ਸੰਬੰਧਿਤ ਕਲਾਸ ਜ਼ਰੂਰ ਦੇਖੇ। ਸੋ ਇਹ ਹੈ ਸਾਡੀ ਸੰਸ਼ਲੇਸ਼ਣ ਵਿਧੀ ਅਤੇ ਇਹ ਹੈ ਸਾਡੀ ਵਿਸ਼ਲੇਸ਼ਣ ਵਿਧੀ। ਇਹਨਾਂ ਦੇ ਬਈ ਨਾਮ ਰੱਖਿਓ ਧਿਆਨ ਦੇ ਵਿੱਚ, ਇਹਨਾਂ ਦੇ ਵਿੱਚੋਂ ਆਉਣਾ ਇੱਕ ਪ੍ਰਸ਼ਨ, ਇਹ ਸੰਸ਼ਲੇਸ਼ਣ ਵਿਧੀ ਅਤੇ ਵਿਸ਼ਲੇਸ਼ਣ ਵਿਧੀ ਦੇ ਵਿੱਚੋਂ। ਹਾਂਜੀ, ਹੁਣ ਹੈਗੀਆਂ ਜੀ ਕੁਝ ਹੋਰ ਵਿਧੀਆਂ, ਜਿਨ੍ਹਾਂ ਦੇ ਵਿੱਚ ਇੱਕ ਹੈਗੀ ਹੈ ਜੀ ਸਾਡੀ ਅਨੁਕਰਨ ਵਿਧੀ, ਇੱਕ ਹੈਗੀ ਹੈ ਜੀ ਸਾਡੀ ਸਮੂਹਿਕ ਪਾਠ ਵਿਧੀ, ਅਤੇ ਇੱਕ ਹੈਗੀ ਹੈ ਸਾਡੀ ਭਾਸ਼ਾ ਸਿੱਖਿਆ ਯੰਤਰ ਵਿਧੀ। ਇਹ ਤਿੰਨੋਂ ਵਿਧੀਆਂ ਵੀ ਸਾਡੇ ਜੋ ਵਾਚਨ ਕੌਸ਼ਲ ਜਾਂ ਪੜ੍ਹਨ ਕੌਸ਼ਲ ਹੈ ਉਸ ਦੇ ਵਿਕਾਸ ਲਈ ਮਹੱਤਵਪੂਰਨ ਹਨ। ਸੰਸ਼ਲੇਸ਼ਣ ਅਤੇ ਵਿਸ਼ਲੇਸ਼ਣ ਵਿਧੀਆਂ ਦੀ ਆਪਾਂ ਗੱਲ ਕਰ ਲਈ ਹੈ ਜੀ। ਹੁਣ ਅਨੁਕਰਨ ਵਿਧੀ ਕੀ ਚੀਜ਼ ਹੈ? ਅਨੁਕਰਨ ਵਿਧੀ ਦੇ ਵਿੱਚ ਕੀ ਹੈ, ਅਧਿਆਪਕ ਸ਼ਬਦਾਂ ਦਾ ਉਚਾਰਨ ਕਰਦਾ ਹੈ ਅਤੇ ਬੱਚੇ ਉਹਨਾਂ ਸ਼ਬਦਾਂ ਨੂੰ ਅਨੁਕਰਨ ਰੂਪ ਦੇ ਵਿੱਚ ਪੜ੍ਹਦੇ ਹਨ। ਉਚਾਰਨ ਕਰਦਾ ਹੈ ਅਤੇ ਬੱਚੇ ਨਾਲ ਲਿਖਦੇ ਜਾਂਦੇ ਹਨ, ਪੜ੍ਹਦੇ ਜਾਂਦੇ ਹਨ, ਉਸ ਨੂੰ ਕਿਹਾ ਜਾਂਦਾ ਹੈ ਜੀ ਅਨੁਕਰਨ ਵਿਧੀ। ਪੜ੍ਹਦੇ ਜਾਂਦੇ ਹਨ ਬੱਚੇ, ਇਹਦੇ ਵਿੱਚ ਪੜ੍ਹਦੇ ਹਨ। ਸਮੂਹਿਕ ਪਾਠ ਵਿਧੀ, ਅਧਿਆਪਕ ਵੱਲੋਂ ਛੋਟੇ ਪਹਿਰੇ ਜਾਂ ਬਾਲ ਗੀਤਾਂ ਦਾ ਸਭ ਤੋਂ ਪਹਿਲਾਂ ਆਦਰਸ਼ ਪਾਠ ਕੀਤਾ ਜਾਂਦਾ ਹੈ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਧਿਆਪਕ ਵੱਲੋਂ ਸ਼੍ਰੇਣੀ ਦੇ ਵਿੱਚ ਪਾਠ ਪੜ੍ਹਿਆ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਜੇ ਆਦਰਸ਼ ਪਾਠ, ਪਰ ਜਦੋਂ ਬੱਚੇ ਉਸ ਨੂੰ ਪੜ੍ਹਦੇ ਹਨ ਤਾਂ ਉਸ ਨੂੰ ਕਿਹਾ ਜਾਂਦਾ ਅਨੁਕਰਨ ਪਾਠ। ਸੋ ਇਹ ਹੈ ਜਿਹੜੀ ਸਮੂਹਿਕ ਪਾਠ ਵਿਧੀ ਹੈ, ਜਿਹੜੀ ਜਦੋਂ ਬੱਚੇ ਸਮੂਹ ਦੇ ਵਿੱਚ ਅਨੁਕਰਨ ਪਾਠ ਕਰਦੇ ਹਨ ਤਾਂ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਉਹ ਛੋਟੇ ਪਹਿਰੇ ਜਾਂ ਜਿਹੜੇ ਬਾਲ ਗੀਤ ਹਨ ਉਹਨਾਂ ਨੂੰ ਸਮੂਹ ਰੂਪ ਦੇ ਵਿੱਚ ਅਨੁਕਰਨ ਵਿਧੀ ਦੀ ਵਰਤੋਂ ਕਰਦੇ ਹੋਏ ਪਾਠ ਕਰਦੇ ਹਨ ਤਾਂ ਉਸ ਨੂੰ ਕਿਹਾ ਜਾਂਦਾ ਹੈ ਸਮੂਹਿਕ ਪਾਠ ਵਿਧੀ। ਹੁਣ ਆ ਗਈ ਜੀ ਭਾਸ਼ਾ ਸਿੱਖਿਆ ਯੰਤਰ ਵਿਧੀ। ਦੇਖੋ ਜੀ ਭਾਸ਼ਾ ਸਿੱਖਿਆ ਯੰਤਰ ਵਿਧੀ ਦੇ ਵਿੱਚ
ਜਿਹੜੇ ਨਵੇਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਜਿਹੜੀ ਅਸੀਂ ਕਹਿ ਦਿੰਦੇ ਹਾਂ ਸਮੱਗਰੀ ਹੈ, ਜਿਹੜੀ ਸਹਾਇਕ ਸਮੱਗਰੀ ਦ੍ਰਿਸ਼ ਸ਼੍ਰਵ ਸਾਧਨ ਹਨ, ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਧਿਆਪਕ ਦੀ ਥਾਂ 'ਤੇ ਅਧਿਆਪਕ ਨੂੰ ਰੀਪਲੇਸ ਕਰ ਦਿੱਤਾ ਜਾਂਦਾ ਹੈ ਅਤੇ ਅਧਿਆਪਕ ਦੀ ਥਾਂ 'ਤੇ ਕੀ ਕੀਤਾ ਜਾਂਦਾ ਹੈ, ਗ੍ਰਾਮੋਫੋਨ ਦੀ ਵਰਤੋਂ ਕੀਤੀ ਜਾਂਦੀ ਹੈ, ਟੇਪ ਰਿਕਾਰਡਰ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਬੱਚੇ ਪੜ੍ਹਨ ਕੌਸ਼ਲ ਦੇ ਨਾਲ ਨਾਲ ਆਪਣੇ ਉਚਾਰਨ ਨੂੰ ਵੀ ਸ਼ੁੱਧ ਕਰ ਸਕਣ। ਸੋ ਇਹਨਾਂ ਦੇ ਵਿੱਚ ਦੇਖੋ ਜੀ, ਜਦੋਂ ਇਹ ਵਿਧੀਆਂ ਨਾ ਜਿਹੜੀਆਂ ਇਹ ਸਾਰੀਆਂ ਕਾਰਗਰ ਨਹੀਂ ਹੈ ਨਾ ਪੜ੍ਹਨ ਕੌਸ਼ਲ ਵਾਸਤੇ, ਇਸ ਕਰਕੇ ਜਿਹੜੀ ਇੱਕ ਸੰਯੁਕਤ ਵਿਧੀ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ ਨਾ। ਸੰਯੁਕਤ ਵਿਧੀ ਦੇ ਵਿੱਚ ਜਿਵੇਂ ਜਿਵੇਂ ਜਿਹੜੀ ਵਿਧੀ ਸੈੱਟ ਆਉਂਦੀ ਹੈ ਉਸ ਨੂੰ ਉਸ ਆਧਾਰ 'ਤੇ ਆਪਾਂ ਮਤਲਬ ਕੀ ਉਸ ਨੂੰ ਪੜ੍ਹਿਆ ਜਾਂਦਾ। ਸੋ ਮਤਲਬ ਕੀ ਹੈ ਕਿ ਸਾਰੀਆਂ ਵਿਧੀਆਂ ਨੂੰ, ਇਹਨਾਂ ਸਾਰੀਆਂ ਵਿਧੀਆਂ ਨੂੰ ਥੋੜ੍ਹੇ ਥੋੜ੍ਹੇ ਰੂਪ ਦੇ ਵਿੱਚ ਵਰਤਿਆ ਜਾਂਦਾ ਅਤੇ ਉਸ ਨੂੰ ਨਾਮ ਰੱਖ ਦਿੱਤਾ ਉਹਦਾ ਸੰਯੁਕਤ ਵਿਧੀ। ਸੰਯੁਕਤ ਵਿਧੀ ਸੋ ਕੀ ਹੈ, ਇਹ ਵਿਧੀ ਦੇ ਆਧਾਰ 'ਤੇ ਪੜ੍ਹਿਆ ਜਾਂਦਾ ਕਿ ਜਿਵੇਂ ਸ਼ਬਦ ਜਦੋਂ ਆਪਾਂ ਪੜ੍ਹਾਉਣੇ ਆ ਉਦੋਂ ਆਪਾਂ ਸ਼ਬਦ ਵਿਧੀ ਦੀ ਵਰਤੋਂ ਕਰ ਸਕਦੇ ਹਨ। ਜਦੋਂ ਆਪਾਂ ਮੰਨ ਲਓ ਵਿਦਿਆਰਥੀ ਨੂੰ ਜਦੋਂ ਵਰਨਮਾਲਾ ਸਿਖਾਉਣੀ ਹੈ ਤਾਂ ਉਦੋਂ ਆਪਾਂ ਜਿਹੜੀ ਸਾਡੀ ਹੈਗੀ ਆ ਵਰਨਮਾਲਾ ਵਿਧੀ ਹੈ ਜਿਹੜੀ ਆਪਾਂ ਉਹਦੀ ਵਰਤੋਂ ਕਰ ਸਕਦੇ ਹਾਂ। ਸੋ ਇਹਦੇ ਆਧਾਰ 'ਤੇ ਆਪਾਂ ਇਹ ਜਿਹੜੀ ਵਿਧੀ ਹੈ ਇਸ ਨੂੰ ਆਪਾਂ ਵਰਤ ਸਕਦੇ ਹਾਂ। ਇਹ ਹੈ ਜੀ ਸਾਡਾ ਵਾਚਨ ਕੌਸ਼ਲ ਜਾਂ ਪੜ੍ਹਨ ਕੌਸ਼ਲ। ਹੁਣ ਆਪਾਂ ਅੱਗੇ ਕਰਾਂਗੇ ਜੀ ਲਿਖਣ ਕੌਸ਼ਲ। ਸੋ ਜਲਦੀ ਮਿਲਦੇ ਆ ਜੀ। ਰੱਬ ਰਾਖਾ, ਮਿਹਰਬਾਨੀ, ਸ਼ੁਕਰੀਆ।